ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜੋ ਜਲੰਧਰ ਦੇ ਚੋਣਾਂ ਦੇ ਨਤੀਜੇ ਆਏ ਨੇ, ਕੀ ਸੰਭਵ ਹੈਗਾ 2024 ਦੇ ਵਿੱਚ ਜਾਂ 2027 ਦੇ ਵਿੱਚ ਇਹ ਦੁਬਾਰੇ ਇਕੱਠੇ ਹੋ ਜਾਣਗੇ? ਨਾ 24 'ਚ ਇਕੱਠੇ ਹੋਣ, ਨਾ 27 'ਚ ਇਕੱਠੇ ਹੋਣ, ਕਿਸੇ ਸੂਰਤ ਅੰਦਰ ਇਕੱਠੇ ਨਹੀਂ ਹੋਣਗੇ। ਕੋਈ ਅਲਾਇੰਸ ਦੀ ਕਹਾਣੀ ਨਹੀਂ ਹੋ ਸਕਦੀ। ਮੇਰੀ ਦਵਾ ਬਿਨਾ ਮੇਰੇ ਪ੍ਰਾਈਮ ਏਸ਼ੀਆ ਦਾ ਮਾਈਕ ਕਰਕੇ ਅੱਗੇ ਦੁਬਾਰਾ ਕਹਿ ਦਿਓ ਜੀ ਹੋ ਜੇ ਤੇ ਹੋਣਾ ਹੀ ਨਹੀਂ। ਪਾਰਟੀ ਦਾ ਕਲੈਰਿਟੀ 'ਚ ਗੱਲ ਆ। ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਮੁੱਦਾ ਚਰਚਾ ਦੇ ਵਿੱਚ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ MP ਰਾਘਵ ਚੱਡਾ ਜੀ ਦੀ ਜਿਹੜੀ ਮੰਗਣੀ ਸੀਗੀ ਪਨੀਤੀ ਚੋਪੜਾ ਜੀ ਹੋਰਾਂ ਦੇ ਨਾਲ, ਉੱਥੇ ਉਹ ਕਿਉਂ ਗਏ? ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਿੱਜੀ ਫੈਸਲਾ ਹੈ, ਕੋਈ ਉਹਨਾਂ ਦਾ ਗਲਤ ਨਹੀਂ ਕਿਤੇ ਜਾਣਾ। ਇਹ ਉਹਨਾਂ ਤੈਅ ਕਰਨਾ ਜਾਣਾ ਜਾਂ ਨਹੀਂ ਜਾਣਾ। ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਹੈ ਕਿ ਅਵੋਇਡ ਕਰਨਾ ਚਾਹੀਦਾ ਹੈ ਜਿੱਥੇ ਕੋਈ ਇਸ ਤਰ੍ਹਾਂ ਦੀ ਕੰਟਰੋਵਰਸੀ ਹੋ ਸਕਦੀ ਹੋਵੇ। ਲੇਕਿਨ ਕੋਈ ਗੈਰ ਸਿੱਖ ਵੀ ਅਗਰ ਜਥੇਦਾਰ ਨੂੰ ਇਨਵਾਈਟ ਕਰੇਗਾ ਆਪਣੇ ਫੰਕਸ਼ਨ 'ਚ ਔਰ ਜਥੇਦਾਰ ਨਹੀਂ ਜਾਏਗਾ, ਇਹ ਤਾਂ ਕੋਈ ਚੰਗੀ ਗੱਲ ਨਹੀਂ। ਕੇਂਦਰ ਸਰਕਾਰ ਨੇ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਆਪਣਾ ਸਟੈਂਡ ਕਿਹਾ ਹੈ। ਉਹ ਕਹਿੰਦੇ ਵੀ ਭਾਈ ਰੱਜੋਆਣਾ ਨੂੰ ਛੱਡਣ ਨਾਲ ਖਤਰਾ ਹੈ। 40 ਸਾਲ ਹੋ ਗਏ ਸੀ ਇਨਸਾਫ ਮੰਗਦਿਆਂ ਨੂੰ। ਸੱਜਣ ਕੁਮਾਰ ਨੂੰ ਜੇਲ੍ਹ 'ਚ ਕਿੰਨੇ ਪਾਇਆ? ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ। ਕਾਂਗਰਸ ਤਾਂ ਕਹਿ ਰਹੀ ਹੈ ਕਿ ਇਹ ਪ੍ਰੋਪੇਗੈਂਡਾ ਹੈ। ਕੋਈ ਗੱਲ ਨਹੀਂ। ਟਾਈਟਲਰ ਤੇ ਚਾਰਜਸ਼ੀਟ ਕਿੰਨੇ ਦਰਜ ਕੀਤੀ? ਚਲਦੀ ਕਮਲਨਾਥ ਦਾ ਕੇਸ ਕਿੰਨੇ ਖੋਲ੍ਹਿਆ? ਹੁਣ ਕਮਲਨਾਥ ਅੰਦਰ ਜਾਏਗਾ, ਟਾਈਟਲਰ ਅੰਦਰ ਜਾਏਗਾ। ਦਿੱਲੀ ਦੇ ਵਿੱਚ ਜਿਹੜਾ ਇਸ਼ੂ ਚੱਲ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਅਧਿਕਾਰ ਸੀਗੇ ਦਿੱਲੀ ਦੇ ਵਿੱਚ ਬਦਲੀਆਂ ਦੇ, ਉਹ ਕੇਜਰੀਵਾਲ ਸਾਹਿਬ ਨੂੰ ਦਿੱਤੇ ਸੀ। ਹੁਣ ਆਰਡੀਨੈਂਸ ਲਿਆ ਕੇ ਉਹ ਕਹਿੰਦੇ ਸਾਡੇ ਅਧਿਕਾਰ ਫੇਰ ਦਬਦੇ ਨੇ, ਫੈਡਰਲ ਢਾਂਚੇ ਤੇ ਫੇਰ ਖਤਰਾ ਹੈ। ਇਹ ਕੇਂਦਰ ਦੀ ਸਰਕਾਰ ਨੂੰ ਕੀ ਲੋੜ ਪੈ ਗਈ? ਇਹ ਕਿਉਂ ਲੋੜ ਨਹੀਂ ਪੈਗੀ? ਇਹ ਦੇਸ਼ ਦੀ ਰਾਜਧਾਨੀ ਆ ਔਰ ਦੇਸ਼ ਦੀ ਸਰਕਾਰ ਜਿਹੜੀ ਆ, ਇਹ ਜਦੋਂ ਸੰਵਿਧਾਨ ਬਣਾਇਆ ਗਿਆ ਉਦੋਂ ਸਰਕਾਰ ਨੇ ਅਧਿਕਾਰ ਦਿੱਤਾ ਕਿ ਦੇਸ਼ ਦੀ ਸਰਕਾਰ ਦੀ, ਦੇਸ਼ ਦੀ ਰਾਜਧਾਨੀ ਆ, ਇਹਦੀ ਟਰਾਂਸਫਰ ਪੋਸਟਿੰਗ ਦੇਸ਼ ਦੀ ਸਰਕਾਰ ਕੋਲ ਰਹੂਗੀ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਹੈ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ। ਉਹ ਕਹਿੰਦੇ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ, 1 ਸਾਲ ਦਮਦਾਰ ਰਿਹਾ ਸਾਡਾ। ਬਿਜਲੀ ਮਾਫ ਕਰਤੀ ਅਸੀਂ, ਪ੍ਰਸ਼ਾਸਨ ਸਿਸਟਮ ਠੀਕ ਕਰਤਾ, ਵੱਡੀਆਂ ਗਿਣਤੀ 'ਚ ਰੁਜ਼ਗਾਰ ਦੇ ਰਹੇ ਨੌਜਵਾਨਾਂ ਨੂੰ। ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ? ਬੱਚਾ ਵੀਡੀਓ ਲੱਭਦਾ ਫਿਰਦਾ ਅੱਜ ਕੱਲ੍ਹ, ਬਦਲਾਵ ਇਹੋ ਜਿਹਾ ਆ ਗਿਆ। ਤੁਸੀਂ ਕਟਾਰੂ ਚੱਕ ਦੇ ਪਿੱਛੇ ਕਿਉਂ ਪਏ ਹੋਏ ਹੋ? ਮੇਰਾ ਨਹੀਂ, ਮੈਂ ਤੇ ਉਹਨਾਂ ਦੇ ਮੋਰਲੀ ਕਰਪਟ ਲੋਕ ਨੇ। ਮੈਂ ਤੇ ਇਹ ਕਹਿਣਾ, ਮੇਰਾ ਕਟਾਰੂ ਚੱਕਣਾ ਮੈਂ ਨਾ ਜਾਣਾ ਨਾ ਪਛਾਣਾ। ਇੰਡੋਨੇਸ਼ੀਆ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨਾਂ ਦਾ ਮਸਲਾ ਹੈ, ਉਹਨਾਂ ਨੂੰ ਉੱਥੇ ਕਤਲ ਦੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ ਹੈ। ਉਹਨਾਂ ਦੇ ਪਰਿਵਾਰ ਕਾਫੀ ਇਨਸਾਫ ਦੀ ਮੰਗ ਕਰ ਰਹੇ ਨੇ। ਉਹਨਾਂ ਦੇ ਪੁੱਤ ਉੱਥੇ ਫਸੇ ਹੋਏ ਨੇ, ਉਹਨਾਂ ਦਾ ਮੁੱਦਾ ਚੁੱਕਿਆ। ਉਹਦੇ ਵਿੱਚ ਹੁਣ ਕੀ ਪ੍ਰੋਗਰੈਸ ਹੈ ਜੀ? ਕੇਂਦਰ ਸਰਕਾਰ ਕਿੱਥੇ ਉਹਦੇ ਵਿੱਚ? ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ TV ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਿੱਖਾਂ ਦੇ ਚਾਹੇ ਕੋਈ ਵੀ ਮੁੱਦਾ ਹੋਵੇ, ਚਾਹੇ ਪੰਜਾਬੀਆਂ ਦਾ ਮੁੱਦਾ ਹੋਵੇ, ਚਾਹੇ ਵਿਦੇਸ਼ਾਂ 'ਚ ਵੱਸਦੇ NRIs ਦਾ ਮੁੱਦਾ ਹੋਵੇ, ਜੇ ਕੋਈ ਬੰਦਾ ਭੱਜ ਕੇ ਟਵੀਟ ਕਰਦਾ ਹੈ ਜਾਂ ਉਸ ਮੁੱਦੇ ਨੂੰ ਚੁੱਕਦਾ ਹੈ ਤਾਂ ਉਹ ਹੈ ਮਨਜਿੰਦਰ ਸਿੰਘ ਸਿਰਸਾ। ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਪੰਜਾਬ ਤੇ ਕੇਂਦਰ ਦੇ ਮੁੱਦਿਆਂ ਦੇ ਉੱਤੇ ਸਿਆਸਤ ਕਿਸ ਤਰ੍ਹਾਂ ਗਰਮਾਈ ਹੋਈ ਹੈ। ਬਾਈ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ TV ਤੇ। ਜੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਿਹਾ ਜੀ BJP ਨਾਲ ਤੁਹਾਡਾ ਜਿਹੜਾ ਨਵੀਂ ਸਾਂਝ ਪਈ ਹੋਈ ਆ? ਤੁਸੀਂ ਅਕਾਲੀ ਦਲ ਦੇ ਵਿੱਚੋਂ ਆ ਕੇ ਇਸ ਟਾਈਮ ਜਿਹੜੀ ਭੂਮਿਕਾ ਨਿਭਾ ਰਹੇ ਹੋ BJP ਦੇ ਵਿੱਚ, ਕਿਵੇਂ ਦੇਖਦੇ ਹੋ ਅਕਾਲੀ ਦਲ ਤੇ BJP ਦੀ ਸਿਆਸਤ ਨੂੰ? ਨਹੀਂ, ਦੋਵਾਂ ਦੀ ਬਿਲਕੁਲ ਅਲੱਗ-ਅਲੱਗ ਸਿਆਸਤ ਆ, ਕਿਉਂਕਿ ਇਹ ਇੱਕ ਬਹੁਤ ਵੱਡਾ ਸਮੁੰਦਰ ਆ। ਅਕਾਲੀ ਦਲ ਜਿਹੜੀ ਸੀ ਉਹ ਕਦੀ ਪੂਰੇ ਦੇਸ਼ ਦੇ ਸਿੱਖਾਂ ਦੀ ਜਮਾਤ ਸੀਗੀ, ਲੇਕਿਨ ਉਹ ਹੁਣ ਉਹਦੀ ਸੀਮਾਵਾਂ ਪੰਜਾਬ ਦੀ ਹਦੂਦ ਤੱਕ ਹੀ ਰਹਿ ਗਈਆਂ ਨੇ। ਉਹਨਾਂ ਦੇ ਮੁੱਦੇ ਬੜੇ ਡਿਫਰੈਂਟ ਹੋ ਗਏ ਨੇ। ਉਹਨਾਂ ਦੇ ਮੁੱਦੇ ਰਾਜ ਸੱਤਾ ਦੇ ਹਾਸਲ ਕਰਨ ਵਾਲੇ ਹੋ ਗਏ ਨੇ। ਨੋ ਡਾਊਟ ਜਿਹੜੀ ਵੀ ਪੋਲੀਟੀਕਲ ਪਾਰਟੀ ਹੁੰਦੀ, BJP ਦੇ ਵੀ ਰਾਜ ਸੱਤਾ ਦੇ ਨੇ, ਇਸ 'ਚ ਕੋਈ ਸ਼ੱਕ ਨਹੀਂ। ਪਰ ਇਹ ਫਰਕ ਆ ਕਿ ਉਹਨਾਂ ਦੀ ਆਪਣੇ ਆਪ ਨੂੰ ਸੀਮਿਤ ਕਰ ਲਿਆ ਉਸ ਮੁੱਦਿਆਂ ਨੂੰ ਲੈ ਕੇ ਕੇਵਲ ਔਰ ਕੇਵਲ ਪੰਜਾਬ ਤੱਕ। ਸੋ BJP ਇੱਕ ਨੈਸ਼ਨਲ ਪਾਰਟੀ ਹੈ, ਇੱਕ ਨੈਸ਼ਨਲਿਸਟ ਲੋਕਾਂ ਦੀ ਪਾਰਟੀ ਆ। ਔਰ ਸਿੱਖ ਜਿਹੜਾ ਹੈ ਉਹ ਬਾਈ ਬਰਥ ਵੀ, ਬਾਈ ਆਈਡੀਓਲੋਜੀ ਵੀ, ਉਹ ਇੱਕ ਨੈਸ਼ਨਲਿਸਟ ਆ, ਦੇਸ਼ ਭਗਤ ਆ। ਉਹਦੀ ਸੋਚ ਜਿਹੜੀ ਆ ਉਹ ਹਮੇਸ਼ਾ ਆਪਣੇ ਦੇਸ਼ ਦੇ ਪ੍ਰਤੀ ਉਹਦੇ ਪਿੱਛੇ ਲੜ ਮਰਨ ਵਾਲੀ ਸੋਚ ਰੱਖਦਾ ਹੈ। ਸੋ ਅਕਾਲੀ ਦਲ ਦੇ ਅੰਦਰ ਇਹ ਬਹੁਤ ਵੱਡੀ ਜਿਹੜੀ ਸੀ ਇਹ ਭਾਵਨਾ ਸੀਗੀ ਕਿਸੇ ਵਕਤ ਤੱਕ ਦੀ, ਪਰ ਹੁਣ ਉਹਨਾਂ ਦੀ ਭਾਵਨਾ ਰਾਜ ਸੱਤਾ ਤੱਕ ਦੀ ਸੀਮਤ, ਮੈਂ ਜਿਵੇਂ ਕਹਿ ਰਹੇਗੀ। ਇਸ ਕਰਕੇ ਦੋਵਾਂ ਪਾਰਟੀਆਂ ਦੇ ਅੰਦਰ ਬੜਾ ਹੀ ਅੰਤਰ ਆ। ਉੱਥੇ ਇਹ ਵੀ ਸੀ ਕਿ ਉੱਥੇ ਲੀਡਰਸ਼ਿਪ ਬੜੀ ਜਿਹੜੀ ਸੀਗੀ ਸੀਮਿਤ ਸੀਗੀ, ਇੱਥੇ ਬਹੁਤ ਵੱਡੀ ਲੀਡਰਸ਼ਿਪ ਆ। ਸੋ ਦੋਵਾਂ ਪਾਰਟੀਆਂ ਦੇ ਅਲੱਗ-ਅਲੱਗ ਟੋਟਲ ਥਾਟ ਪ੍ਰੋਸੈਸ ਆ, ਟੋਟਲ ਆਈਡੀਓਲੋਜੀਕਲ ਡਿਫਰੈਂਸ। ਤੁਸੀਂ ਕੀ ਸਮਝਦੇ ਹੋ ਅਕਾਲੀ ਦਲ ਦੇ ਉੱਤੇ ਜਿਹੜੇ ਦੋਸ਼ ਲੱਗਦੇ ਨੇ ਕਿ ਸਿੱਖਾਂ ਦੇ ਮੁੱਦੇ, ਪੰਜਾਬੀਆਂ ਦੇ ਮੁੱਦੇ ਹੱਲ ਕਰਨ ਦੇ ਵਿੱਚ ਅਕਾਲੀ ਦਲ ਫਾੜੀ ਰਿਹਾ ਹੈ, ਵਿਰੋਧੀ ਤਰ੍ਹਾਂ ਦੋਸ਼ ਲਾਉਂਦੀਆਂ ਨੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਨਹੀਂ ਦੇਖੋ, ਇਹਨੂੰ ਦੋ ਹਿੱਸਿਆਂ 'ਚ ਦੇਖਣਾ ਚਾਹੀਦਾ। ਅਕਾਲੀ ਦਲ ਸਿੱਖਾਂ ਦੇ ਮੁੱਦੇ ਹੱਲ ਕਰਨ 'ਚ ਨਾਕਾਮ ਰਿਹਾ, ਐਸਾ ਕਹਿਣਾ ਵੀ ਗਲਤ ਹੋਊਗਾ।
ਪਰ ਅਕਾਲੀ ਦਲ ਤੋਂ ਜੋ ਸਿੱਖਾਂ ਦੇ ਐਕਸਪੈਕਟੇਸ਼ਨ ਸੀ ਉਸ 'ਤੇ ਪੂਰਾ ਉਤਰਿਆ, ਇਹ ਵੀ ਨਹੀਂ ਹੈਗਾ, ਇਹ ਵੀ ਗੱਲ ਗਲਤ ਹੋਊਗੀ। ਸੋ ਅਕਾਲੀ ਦਲ ਨੇ ਪਹਿਲਾਂ ਆਪਣੇ ਆਪ, ਦੇਖੋ ਹੁੰਦਾ ਕੀ ਆ ਕਿ ਜਦੋਂ ਤੱਕ ਕੋਲ ਰਾਜ ਸੱਤਾ ਹੁੰਦੀ ਆ ਉਦੋਂ ਤੁਹਾਡੇ ਕੋਲ ਬਹੁਤ ਵੱਡੀ ਤਾਕਤ ਹੁੰਦੀ ਹੈ। ਉਹ ਇੱਕ ਟਾਈਮ ਸੀਗਾ 2000 ਤੋਂ ਲੈ ਕੇ 1997 ਤੋਂ ਲੈ ਕੇ 2002 ਔਰ ਫਿਰ 2007 ਤੋਂ ਲੈ ਕੇ 2017 ਤੱਕ ਦਾ, ਜਦੋਂ ਅਕਾਲੀ ਦਲ ਆਪਣੇ ਆਪ ਨੂੰ ਇਵੋਲਵ ਕਰ ਸਕਦਾ ਸੀ ਥਰੂ ਆਊਟ ਨੇਸ਼ਨ। ਸਿੱਖਾਂ ਦੀਆਂ, ਪੂਰੇ ਦੇਸ਼ ਦੀਆਂ ਜਿਹੜੀਆਂ ਚੈਲੰਜਿਸ ਸੀ ਉਹਨਾਂ ਦੇ ਉੱਤੇ ਕੰਮ ਕਰ ਸਕਦੇ ਸੀ, ਉਹ ਮਿਸ ਕਰ ਗਏ। ਹਾਂ, ਇਹ ਜ਼ਰੂਰ ਆ ਕਿ ਜੇ ਕਿਤੇ ਕੋਈ ਐਸੀ ਗੱਲ ਆਈ ਹੈ ਤਾਂ ਅਕਾਲੀ ਦਲ ਉਹਦੇ ਉੱਤੇ ਜਾ ਕੇ ਖੜਾ ਐਸਾ ਕਿ ਨਹੀਂ ਖੜਾ ਹੋਇਆ, ਪਰ ਜਿਸ ਤਰੀਕੇ ਜੋ ਅਕਾਲੀ ਦਲ ਤੋਂ ਲੋਕਾਂ ਦੀ, ਸਿੱਖਾਂ ਦੀ ਐਕਸਪੈਕਟੇਸ਼ਨ ਸੀ, ਪੰਜਾਬੀ ਦੀ ਐਕਸਪੈਕਟੇਸ਼ਨ ਸੀ, ਉਹਦੇ ਉਹਨੇ ਕਦੇ ਵੀ ਪੂਰਾ ਨਹੀਂ ਕੀਤਾ। ਇਸ ਨਾਰਾਜ਼ਗੀ ਦੇ ਪਿੱਛੇ ਕਾਰਨ ਕੀ ਆ? ਪੰਜਾਬੀ ਕਿਉਂ ਅਕਾਲੀ ਦਲ ਤੋਂ ਦੂਰ ਹੋਏ ਨੇ, ਜਾਂ ਇਹਦੇ ਪਿੱਛੇ ਬਾਦਲ ਪਰਿਵਾਰ ਦਾ ਰੋਲ ਆਉਂਦਾ ਹੈ, ਜਾਂ ਅਕਾਲੀ ਦਲ ਨਾਲ ਲੋਕ ਜੁੜੇ ਆ, ਜਾਂ ਅਕਾਲੀ ਲੋਕ ਨੂੰ ਹੁਣ ਅਕਾਲੀ ਦਲ ਨੂੰ ਲੋਕ ਪਸੰਦ ਕਰਨੋਂ ਹਟ ਗਏ, ਜਾਂ ਬਾਦਲ ਪਰਿਵਾਰ ਕਰਕੇ ਆ? ਇਹ ਸਾਰਾ ਤਾਣਾ ਬਾਣਾ ਕਿਉਂ ਹੈ? ਮੇਰਾ ਮੰਨਣਾ ਹੈ ਕਿ ਅਕਾਲੀ ਦਲ ਜਦੋਂ ਤੱਕ ਸੀ, ਸ਼੍ਰੋਮਣੀ ਅਕਾਲੀ ਦਲ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਬਾਦਲ ਸਾਹਿਬ ਨੇ ਪਾਰਟੀ ਦੁਬਾਰਾ ਬਣਾਈ, ਜਦੋਂ ਅਕਾਲੀ ਦਲ 'ਚੋਂ ਬਾਹਰ ਹੋ ਗਏ, ਉਸ ਵੇਲੇ ਪਾਰਟੀ ਬਣ ਗਈ ਸ਼੍ਰੋਮਣੀ ਅਕਾਲੀ ਦਲ ਬਾਦਲ। ਉਸ ਤੋਂ ਬਾਅਦ ਜਿਹੜੀ ਮੇਨ ਅਕਾਲੀ ਦਲ ਸੀ ਉਹ ਵੀ ਬਾਦਲ ਸਾਹਿਬ ਕੋ ਆ ਗਈ, ਲੇਕਿਨ ਲੋਕਾਂ ਦੇ ਜ਼ਿਹਨ ਦੇ ਅੰਦਰ ਅਕਾਲੀ ਦਲ ਬਾਦਲ ਵਰਡ ਨਹੀਂ ਨਿਕਲਿਆ, ਨਾ ਹੀ ਅਕਾਲੀ ਦਲ ਨੇ ਉਸ ਵਰਡ ਨੂੰ ਕਦੀ ਖਾਸ ਕੱਢਣ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਨੂੰ ਵੀ ਇਹ ਲੱਗਦਾ ਸੀ ਕਿ ਬਾਦਲ ਵਰਡ ਜਿਹੜਾ ਨਾਲ ਲੱਗਾ, ਇਹਦੇ ਨਾਲ ਸਾਡੀ ਲੈਗੇਸੀ ਜਿਹੜੀ ਆ, ਫੈਮਿਲੀ ਦੀ ਲੈਗੇਸੀ ਖੜੀ ਹੈ ਇਹਦੇ ਨਾਲ। ਹੌਲੀ ਹੌਲੀ ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਕਿ ਅਕਾਲੀ ਦਲ ਨਹੀਂ ਹੈਗਾ, ਇਹ ਅਕਾਲੀ ਦਲ ਬਾਦਲ ਆ। ਸੋ ਕੋਈ ਵੀ ਜਿਹੜੀ ਪਾਰਟੀ ਹੋਵੇ, ਜਿਹੜੀ ਫੈਮਿਲੀ ਓਰੀਐਂਟਡ ਪਾਰਟੀ ਬਣ ਜਾਂਦੀ ਆ, ਉਹਦੇ ਲਈ ਚੈਲੰਜਿਸ ਜਿਹੜੇ ਨੇ, ਲੋਕਾਂ ਦੀ ਭਾਵਨਾ, ਲੋਕਾਂ ਦੀ ਸੋਚ, ਲੋਕਾਂ ਦੀ ਉਹਦੇ ਪ੍ਰਤੀ ਕੰਮ ਕਰਨ ਦੀ ਸ਼ਮਤਾ, ਲੋਕਾਂ ਦੇ ਉਹਦੇ ਪ੍ਰਤੀ ਦੇਖਣ ਦੀ ਮਤਲਬ ਬਿਲਕੁਲ ਡਿਫਰੈਂਟ ਹੋ ਜਾਂਦੀ ਹੈ। ਫਿਰ ਉਹ ਆਪਣੇ ਉਹਨੂੰ ਦੇਖਦੇ ਨੇ ਕਿ ਪਰਿਵਾਰ ਦੀ ਆ, ਉਹ ਜਿਹੜੇ ਉਸ ਪਰਿਵਾਰ ਨਾਲ ਜੁੜਨਾ ਚਾਹੁੰਦੇ ਨੇ ਉਹ ਜ਼ਰੂਰ ਜਾਣਗੇ, ਪਰ ਇੱਕ ਸਧਾਰਨ ਆਦਮੀ ਜਿਹੜਾ ਹੈ ਉਸ ਦੀ ਸੋਚ ਬਿਲਕੁਲ ਵੱਖਰੀ ਹੋ ਜਾਂਦੀ ਹੈ। ਉਹ ਮੈਨੂੰ ਲੱਗਦਾ ਕਿ ਅਕਾਲੀ ਦਲ ਦਾ ਇਹ ਵੀ ਵੱਡਾ ਕਾਰਨ ਰਿਹਾ ਕਿ ਜਿਹੜਾ ਅਕਾਲੀ ਦਲ ਦੇ ਨਾਲ ਨਾਮ ਜੁੜਦਾ ਗਿਆ ਔਰ ਉਸ 'ਤੇ ਅਕਾਲੀ ਦਲ ਨੇ ਕਦੀ ਮੰਥਨ ਨਹੀਂ ਕੀਤਾ। ਸੋ ਦੂਜੀ ਗੱਲ, ਜੋ ਬੇਅਦਬੀਆਂ ਹੋਈਆਂ, ਇਹ ਜਿਹੜੀ ਘਟਨਾਵਾਂ ਹੋਈਆਂ, ਉਹਦੇ 'ਤੇ ਪਾਰਟੀ ਆਪਣੇ ਪੱਖ ਨੂੰ ਕਦੀ ਸੰਜੀਦਗੀ ਨਾਲ ਲੋਕਾਂ ਅੱਗੇ ਰੱਖ ਨਹੀਂ ਸਕੀ। ਬਹੁਤ ਸਾਰੀਆਂ ਪਾਰਟੀ ਦੇ ਅੰਦਰ ਖੂਬੀਆਂ ਵੀ ਸੀਗੀਆਂ ਔਰ ਜਿਹੜੀਆਂ ਕਮੀਆਂ ਸੀ ਉਹਨੂੰ ਪਾਰਟੀ ਨੇ ਕਦੀ ਉਹਦੇ 'ਤੇ ਮੰਥਨ ਹੀ ਨਹੀਂ ਕੀਤਾ, ਉਹਦੇ 'ਤੇ ਵਿਚਾਰ ਹੀ ਨਹੀਂ ਕੀਤਾ। ਮੈਨੂੰ ਲੱਗਦਾ ਉਹ ਸਾਰੇ ਕਈ ਕਾਰਨ ਬਣੇ, ਇੱਕ ਕਾਰਨ ਨਹੀਂ ਕਿਹਾ ਜਾ ਸਕਦਾ, ਕਈ ਕਾਰਨ ਬਣੇ ਨੇ ਜਿਹਦੇ ਕਾਰਨ ਅਕਾਲੀ ਦਲ ਹਾਸ਼ੀਏ 'ਤੇ ਆਇਆ। ਅਕਾਲੀ ਦਲ ਹੁਣ ਮੁੜ ਕੀ ਉਭਾਰ ਸਕਦਾ, ਉਸੇ ਤਰੀਕੇ ਨਾਲ ਅਕਾਲੀ ਦਲ ਉੱਭਰ ਸਕਦਾ, ਜਾਂ ਹੁਣ ਕੋਈ ਸੰਭਾਵਨਾ ਨਹੀਂ ਰਹੀ? ਦੇਖੋ, ਮੈਂ ਇੰਨਾ ਕੋਈ ਬਹੁਤ ਪੋਲੀਟੀਕਲ ਪੰਡਿਤ ਨਹੀਂ ਹੈਗਾ ਕਿ ਮੈਂ ਇੰਨੀ ਬਹੁਤ ਦੂਰ ਤੱਕ ਦੀ ਭਵਿੱਖਬਾਣੀ ਕਰ ਸਕਾਂ, ਪਰ ਜੋ ਮੈਂ ਦੇਖਦਾ ਪਿਆ ਹਾਂ, ਮੇਰੇ ਮੁਤਾਬਕ ਅਕਾਲੀ ਦਲ ਨਹੀਂ ਹੋਣ, ਅਕਾਲੀ ਦਲ ਜਦੋਂ ਤੱਕ ਬਾਦਲ ਵਰਡ ਨਾਲ ਜੁੜਿਆ ਹੈ, ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੁਬਾਰਾ ਆਪਣੀ ਹੋਂਦ 'ਚ ਆ ਸਕੂਗਾ। ਉਹਦੇ ਪਿੱਛੇ ਕਈ ਕਾਰਨ ਨੇ, ਮੈਂ ਉਹਨਾਂ 'ਤੇ ਨਹੀਂ ਜਾਣਾ ਚਾਹੁੰਦਾ, ਪਰ ਮੈਂ ਆਪਣੇ ਆਪ 'ਚ ਮਹਿਸੂਸ ਕਰਦਾ ਹਾਂ ਕਿ ਕਿਉਂਕਿ ਮੈਂ ਦੇਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਬੜੀ ਪਾਰਟੀ ਦੇ ਲੀਡਰਾਂ ਨੇ ਮਿਹਨਤ ਕੀਤੀ ਆ, ਪਾਰਟੀ ਪ੍ਰਧਾਨ ਨੇ ਵੀ ਸੜਕੋ ਸੜਕੀ ਹੋ ਕੇ ਦੇਖ ਲਿਆ, ਮਤਲਬ ਜੋ ਬੈਸਟ ਹੁਣ ਕੀਤਾ ਜਾ ਸਕਦਾ ਸੀ, ਜਿੰਨਾ ਜ਼ੋਰ ਹੁਣ ਲਾਇਆ ਜਾ ਸੀ ਲਾ ਲਿਆ, ਉਹਦੇ ਨਾਲ ਕੁਛ ਰਿਜ਼ਲਟ ਨਹੀਂ ਨਿਕਲਿਆ। ਇਹੀ ਅਗਰ ਰਾਜ ਸੱਤਾ ਦੇ ਦੌਰਾਨ ਪਾਰਟੀ ਦੀ ਚਿੰਤਾ ਕੀਤੀ ਹੁੰਦੀ, ਪਾਰਟੀ ਦੇ ਕੰਮਾਂ ਦੀ ਚਿੰਤਨ ਕੀਤਾ ਹੁੰਦਾ, ਜਿਹੜੇ ਲੋਕ ਇਸ ਦੀ ਵਿਚਾਰਧਾਰਾ ਨਾਲ ਜੁੜੇ ਸੀ, ਜਿਹੜੇ ਲੋਕ ਸਮਝਦੇ ਸੀ ਉੱਤੇ ਕੋਈ ਬੋਲਣਾ ਚਾਹੁੰਦੇ ਸੀ, ਉਹਨਾਂ ਦੀ ਨੂੰ ਇਗਨੋਰ ਨਾ ਕੀਤਾ ਹੁੰਦਾ, ਮੈਨੂੰ ਲੱਗਦਾ ਕਿ ਉਹ ਜਿਵੇਂ ਕਹਿੰਦੇ ਨਾ ਟ੍ਰੇਨ ਛੁੱਟ ਗਈ ਆ, ਮੈਨੂੰ ਇਹ ਲੱਗਦਾ ਕਿ ਉਹ ਟ੍ਰੇਨ ਛੁੱਟ ਗਈ ਆ। ਸਹੀ, ਤੁਸੀਂ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫੀ ਦਿੱਤੀ ਸੀ, ਤੁਸੀਂ ਇਹਦਾ ਵਿਰੋਧ ਜਤਾਇਆ ਸੀ। ਕਿਹਾ ਜਾਂਦਾ ਹੈ ਕਿ ਅੰਦਰ ਖਾਤੇ ਤੁਸੀਂ ਸੁਖਬੀਰ ਬਾਦਲ ਨੂੰ ਵੀ ਕਿਹਾ, ਬੱਲੇ ਬਾਦਲ ਨਾਲ ਵੀ ਤੁਸੀਂ ਗੱਲਬਾਤ ਕੀਤੀ, ਅਤੇ ਦੂਜੇ ਪਾਸੇ ਹੋਰ ਮੁੱਦੇ ਹੋਏ ਬੇਅਦਬੀ ਦੀ ਘਟਨਾਵਾਂ ਦੇ ਵਿੱਚ। ਕੀ ਗੱਲ ਸੀ ਕਿ ਤੁਸੀਂ ਇੰਨਾ ਨੇੜੇ ਰਹਿ ਕੇ ਵੀ ਬਾਦਲ ਪਰਿਵਾਰ ਦੇ, ਸੁਖਬੀਰ ਬਾਦਲ ਹੋਰਾਂ ਨਾਲ ਤੁਹਾਡੀ ਬੜੀ ਨੇੜਤਾ ਸੀ, ਉਹਨਾਂ ਦੀ ਥਿੰਕ ਟੈਂਕ ਟੀਮ ਦੇ ਮੈਂਬਰ ਸੀ, ਕਿੱਥੇ ਕਮਿਊਨੀਕੇਸ਼ਨ ਤੁਹਾਡਾ ਗੈਪ ਰਿਹਾ? ਇਹ ਮੁੱਦਿਆਂ ਦੇ ਉੱਤੇ ਅਕਾਲੀ ਦਲ ਕਿਉਂ ਇਹ ਸਟੈਂਡਾਂ ਦੇ ਉੱਤੇ ਕਾਮਯਾਬ ਨਹੀਂ ਹੋਇਆ? ਨਹੀਂ, ਦੇਖੋ, ਉਹਦਾ ਪਿੱਛੇ ਕਾਰਨ ਸੀ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀਗੇ ਅਕਾਲੀ ਦਲ ਦੇ, ਜਿਹਨੂੰ ਆਪਾਂ ਥਿੰਕ ਟੈਂਕ ਕਹਿੰਦੇ, ਉੱਥੇ ਥਿੰਕ ਟੈਂਕ ਵਰਡ ਨਹੀਂ ਹੈਗਾ ਕੋਈ ਵੀ। ਉੱਥੇ ਜਿਹੜਾ ਵੀ ਨਾਲ ਮੌਕੇ 'ਤੇ ਖੜਾ ਚਾਪਲੂਸ ਆ, ਉਹ ਆਪਣੀ ਗੱਲ ਕਹਿ ਕੇ ਚਲੇ ਜਾਂਦਾ ਹੈ। ਪੋਲੀਟੀਕਲ ਲੋਕਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਨੂੰ ਚਾਪਲੂਸ ਚਾਹੀਦੇ ਹੁੰਦੇ ਨੇ। ਕਿਉਂ ਚਾਹੀਦੇ ਹੁੰਦੇ ਨੇ? ਕਿਉਂਕਿ ਉਹਨਾਂ ਨੂੰ ਉਹਨਾਂ ਦੇ ਕੰਨ ਰਸ ਹੁੰਦਾ, ਉਹਨਾਂ ਨੂੰ ਅੱਛੀ ਗੱਲ ਸੁਣਨੀ ਚੰਗੀ ਲੱਗਦੀ ਆ। ਫਿਰ ਕੀ ਹੁੰਦਾ ਕਿ ਜਦੋਂ ਤੁਸੀਂ ਬਾਰ-ਬਾਰ ਮਾੜੀ ਬੋਲਣ ਲੱਗ ਪੈਂਦੇ, ਜੇ ਤੁਹਾਨੂੰ ਉਹ ਨੈਗੇਟਿਵ ਫਰੇਮ 'ਚ ਆ ਜਾਂਦੇ, ਜੀ ਯਾਰ ਇਹ ਤਾਂ ਨੈਗੇਟਿਵ ਆਦਮੀ ਆ। ਉਸ ਵੇਲੇ ਉੱਥੋਂ ਦੇ ਹਾਲਾਤ ਇਹੋ ਜਿਹੇ ਸੀਗੇ ਕਿ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਅਸੀਂ ਚੁਣਾਵ ਜਿੱਤਣਾ ਹੈ ਦੁਬਾਰਾ 2017 ਦੀ। ਇਹ ਜਿਹੜੀਆਂ ਗੱਲਾਂ ਕਰਦੇ ਬੇਵਕੂਫ ਨੇ, ਤੇ ਦਿੱਲੀ 'ਚ ਬੈਠੇ ਨੇ, ਇਹਨਾਂ ਨੂੰ ਕੀ ਪਤਾ। ਮੈਨੂੰ ਯਾਦ ਆ ਕਿ ਜਦੋਂ ਮੈਂ ਵਿਧਾਨ ਸਭਾ ਦਾ ਚੁਣਾਵ ਸੀਗਾ 2015 ਦਾ, ਅਤੇ ਮੈਨੂੰ ਜਦੋਂ ਪੁੱਛਿਆ ਗਿਆ ਤਾਂ ਮੈਂ ਉਹਨੂੰ ਦੱਸਿਆ ਕਿ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਸਾਡੀ ਹਾਰ ਦਾ ਇਹ ਬਣਿਆ ਹੈ ਕਿ ਦਿੱਲੀ ਦੇ ਅੰਦਰ ਡੇਰੇ ਸੱਚਾ ਸੌਦਾ ਦੀ ਜਿਹੜੀ ਸਪੋਰਟ ਲਈ ਗਈ ਔਰ ਉਸ ਦੇ ਕਾਰਨ ਇਹ ਨੁਕਸਾਨ ਹੋਇਆ।
ਮੈਂ ਉਸ ਵੇਲੇ ਇਹ ਵੀ ਮੇਰਾ ਕਦੇ ਸਟੇਟਮੈਂਟ ਕਰਕੇ ਦੇਖਿਓ ਜੀ ਕਿ ਅਗਰ ਮੈਨੂੰ ਪਤਾ ਹੁੰਦਾ ਕਿ ਮੈਂ ਇਲੈਕਸ਼ਨ ਵੀ ਨਾ ਲੜਦਾ, ਮੈਂ ਮੇਰੀ ਕਿਉਂਕਿ ਮੇਰਾ ਮੰਨਣਾ ਸੀ ਕਿ ਦੇਖੋ ਅਲਟੀਮੇਟਲੀ ਅਸੀਂ ਸਿੱਖ ਹਾਂ, ਸਾਡੀ ਜਵਾਬਦੇਹੀ ਸਿੱਖਾਂ ਦੇ ਪ੍ਰਤੀ ਆ। ਸਾਨੂੰ ਲੋਕ ਵੋਟ ਵੀ ਤਾਂ ਹੀ ਪਾਉਂਦੇ ਨੇ ਕਿਉਂਕਿ ਅਸੀਂ ਸਿੱਖ ਹਾਂ, ਸਾਡੇ ਨਾਲ ਵੀ ਲੋਕ ਤਾਂ ਹੀ ਚੱਲਦੇ ਨੇ ਕਿਉਂਕਿ ਅਸੀਂ ਸਿੱਖ ਹਾਂ। ਜਿਹੜਾ ਬੰਦਾ ਮੇਰੀ ਗੱਲ ਕਰਨਾ ਚਾਹੁੰਦਾ ਹੈ ਉਹਦੇ ਪਿੱਛੇ ਦੋ ਹੀ ਕਾਰਨ ਆ, ਜਾਂ ਉਹ ਮੇਰੀ ਪਾਰਟੀ ਕਰਕੇ ਕਰੇਗਾ ਜਾਂ ਮੇਰੇ ਰਿਲੀਜਨ ਕਰਕੇ, ਤੀਜੀ ਤੇ ਕੋਈ ਕਾਰਨ ਨਹੀਂ ਹੋ ਸਕਦਾ। ਸੋ ਅਸੀਂ ਜੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ ਤਾਂ ਉਹ ਵਾਲੀ ਗੱਲ ਤਾਂ ਤੁਹਾਡੀ ਦਿਖਣੀ ਚਾਹੀਦੀ ਆ। ਲੇਕਿਨ ਉਸ ਵੇਲੇ ਉਹ ਲੋਕ ਭਾਰੀ ਸੀਗੇ ਜਿਨ੍ਹਾਂ ਨੇ ਚੁਣਾਵ ਲੜਨਾ ਸੀ, ਉਹ ਲੋਕ ਭਾਰੀ ਸੀ ਪੰਜਾਬ ਦੇ ਜਿਹਨੂੰ ਲੱਗਦਾ ਸੀ ਸਾਨੂੰ ਵੋਟਾਂ ਪੈ ਜਾਣਗੀਆਂ, ਉਹ ਲੋਕ ਭਾਰੀ ਸੀਗੇ ਜਿਹਨੂੰ ਲੱਗਦਾ ਸੀ ਇਹ ਤੇ ਕਮਲੇ ਨੇ ਦਿੱਲੀ ਬੈਠੇ, ਇਹਨਾਂ ਨੂੰ ਕੀ ਪਤਾ, ਇਹ ਤਾਂ ਗੁਰਦੁਆਰਿਆਂ ਦੇ ਉੱਥੇ ਆਪਣੀ ਇਲੈਕਸ਼ਨਾਂ ਪਿੱਛੇ ਕਰਦੇ। ਸੋ ਕੌਨਫਲਿਕਟ ਬਹੁਤ ਜ਼ਿਆਦਾ ਸੀਗਾ, ਇਸ ਕਰਕੇ ਕਦੇ ਵੀ ਨਹੀਂ ਹੋ ਸਕਦਾ ਸੀ ਕਿ ਸਾਡੀ ਸੁਣਵਾਈ ਹੁੰਦੀ ਉੱਥੇ। ਬੀਜੇਪੀ 'ਚ ਤੁਸੀਂ ਹੁਣ ਚਲੇ ਗਏ, ਸਿੱਖਾਂ ਦੇ ਮੁੱਦੇ ਬੀਜੇਪੀ ਕੋਈ ਲੱਗਦਾ ਵੀ ਗੰਭੀਰ ਹੈਗੀ ਆ ਕਿਸੇ ਪਾਸੋਂ? ਕਿਹੜੇ ਮੁੱਦੇ ਨੇ ਜਿਹੜੇ ਨਾਲ ਮੂੰਹ ਦੇ ਨਾਲ ਪੰਜਾਬ ਦੇ ਵਿੱਚ, ਪੰਜਾਬ ਦੇ ਸਿੱਖਾਂ ਦੇ ਵਿੱਚ ਬੀਜੇਪੀ ਗੱਲ ਕਰ ਸਕਦੀ ਹੈ? ਚਾਹੇ ਉਹ ਬੇਅਦਬੀ ਦਾ ਮਸਲਾ ਸੀਗਾ ਪੰਜਾਬ ਦੇ ਵਿੱਚ, ਅੱਜ ਵੀ ਉਹ ਇਨਸਾਫ ਨਹੀਂ ਮਿਲਿਆ, ਕੇਸ ਉੱਥੇ ਲਮਕੇ ਪਏ ਨੇ, ਚਾਹੇ ਬੰਦੀ ਸਿੰਘਾਂ ਦਾ ਮਸਲਾ ਹੈਗਾ, ਉਹ ਵੀ ਸਿੱਖਾਂ ਦੇ ਵਿੱਚ ਭਾਰੀ ਰੋਸ ਹੈ, ਚਾਹੇ ਪੰਜਾਬੀ ਨੌਜਵਾਨਾਂ ਦੇ ਉੱਤੇ NSA ਦੇ ਕਾਨੂੰਨ ਲਾਏ ਜਾ ਰਹੇ ਨੇ, ਹੋਰ ਬੜੇ ਮਸਲੇ ਨੇ ਪੰਜਾਬੀਆਂ ਦੇ, NRIs ਦੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਸਟੈਂਡ ਲੈਣਾ ਬਣਦਾ ਹੈ। ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਨੇ, ਖਾਸ ਕਰਕੇ ਤੁਸੀਂ ਇੰਡੋਨੇਸ਼ੀਆ ਦਾ ਪਿਛਲੇ ਦਿਨ ਹੀ ਦੇਖਿਆ। ਇਹ ਸਾਰੇ ਬੀਜੇਪੀ ਕੋਲੇ ਕੀ, ਬੀਜੇਪੀ ਕਿੰਨੀ ਕੁ ਗੰਭੀਰ ਆ ਤੇ ਅਕਾਲੀ ਦਲ ਉਦੋਂ ਬੀਜੇਪੀ ਤੋਂ ਹੱਲ ਕਿਉਂ ਨਹੀਂ ਕਰਾ ਸਕਿਆ? ਨਹੀਂ ਦੇਖੋ, ਪਹਿਲੀ ਗੱਲ ਆ ਉਸ ਵੇਲੇ ਅਕਾਲੀ ਦਲ ਕਿਉਂ ਨਹੀਂ ਹੱਲ ਕਰਾ ਸਕਿਆ, ਉਹਦਾ ਇੱਕ ਅਲੱਗ ਕਾਰਨ ਸੀ। ਉਹਨਾਂ ਦੀ ਆਪਣੇ ਨਿੱਜੀ ਮਵਾਦ ਵੱਡੇ ਹੋ ਗਏ ਆਪਣੀ ਕੌਮ ਦੇ ਮਵਾਦਾਂ ਨਾਲੋਂ, ਪਰ ਮੈਂ ਉਹਦੇ 'ਚ ਹੁਣ ਜਾਂਦਾ ਨਹੀਂ, ਮੈਂ ਨੈਗੇਟਿਵ ਵੀ ਨਹੀਂ ਗੱਲ, ਮੈਂ ਸਿਰਫ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹੈ। ਪਹਿਲਾਂ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਦੇਖੋ ਕਿ ਬੀਜੇਪੀ ਦੇ ਨਾਲ ਜਿਹੜੇ ਮੁੱਦੇ ਨੇ ਉਹ ਜਿਹੜੇ ਬੀਜੇਪੀ ਦੇ ਕੋਲ ਨੇ ਉਹੀ ਹੱਲ ਹੋਣਗੇ। ਹੋ ਕੀ ਗਿਆ ਕਿ ਕਿਉਂਕਿ ਬੀਜੇਪੀ ਦਾ ਨਾ ਤਾਂ ਪੰਜਾਬ 'ਚ ਕੋਈ ਸਟਰਕਚਰ ਸੀਗਾ, ਨਾ ਪੰਜਾਬ ਦੇ ਅੰਦਰ ਉਹਨਾਂ ਦੀ ਕੋਈ ਲੀਡਰਸ਼ਿਪ ਸੀਗੀ, ਨਾ ਹੀ ਪੰਜਾਬ 'ਚ ਉਹਨਾਂ ਦੀ ਕੋਈ ਗੱਲ ਰੱਖਣ ਵਾਲੇ ਉਹਨਾਂ ਦੇ ਲੋਕ ਸੀਗੇ। ਮੰਨ ਲਓ ਬੀਜੇਪੀ ਕੁਝ ਕਰਦੀ ਵੀ ਸੀ ਸਿੱਖਾਂ ਲਈ ਤਾਂ ਉਹਦਾ ਕ੍ਰੈਡਿਟ ਵੀ ਅਕਾਲੀ ਦਲ ਹੀ ਲੈਂਦਾ ਸੀ ਕਿਉਂਕਿ ਲੀਡਰਸ਼ਿਪ ਤਾਂ ਅਕਾਲੀ ਦਲ ਦੀ ਸੀਗੀ। ਹੁਣ ਤੁਸੀਂ ਜਿਵੇਂ ਗੱਲ ਕੀਤੀ, ਦੇਖੋ ਮੈਂ ਮੰਨਦਾ ਹਾਂ, ਮੈਂ ਜੋ ਗੱਲ ਕਹਿਣ ਲੱਗਾ ਨਾ, ਮੈਂ ਸਿਰਫ ਉਹ ਗੱਲ ਕਰਨ ਲੱਗਾ ਜਿਹੜੀ ਰਿਐਲਿਟੀ ਆ, ਜੋ ਉਸ ਰਿਐਲਿਟੀ 'ਚੋਂ ਕੋਈ ਮੈਨੂੰ ਗਲਤ ਸਾਬਤ ਕਰਕੇ ਦੱਸੇ ਤਾਂ ਤੇ ਗੱਲ ਆ। ਲੇਕਿਨ ਜੇ ਸਿਰਫ ਨਾਅਰੇ ਔਰ ਜਕਾਰੇ ਲਾਉਣ ਨੂੰ ਕੁਝ ਬੋਲਣਾ ਉਹ ਗੱਲ ਵੱਖਰੀ ਆ। ਦੇਖੋ ਮੈਨੂੰ ਵੀ ਇਸ ਐਕਟਿਵ ਪੋਲੀਟਿਕਸ ਅੰਦਰ 16 ਸਾਲ ਹੋ ਗਏ ਔਰ ਮੈਂ ਇਹ ਪੜ੍ਹਿਆ ਲਿਖਿਆ ਵੀ ਦਿੱਲੀ ਤੋਂ ਆ। ਮੈਂ ਸਿੱਖ ਸਾਈਕੀ ਨੂੰ ਔਰ ਸਿੱਖਾਂ ਨੂੰ ਬੜੇ ਨੇੜੇ ਤੋਂ ਦੇਖਦਾ ਹਾਂ। ਮੈਨੂੰ ਯਾਦ ਨਹੀਂ ਆ ਰਿਹਾ ਕਿ ਪਿਛਲੇ 75 ਸਾਲਾਂ 'ਚ ਕੋਈ ਸਿੱਖਾਂ ਵਾਸਤੇ ਇੰਨੀ ਖੁੱਲ੍ਹਦਿਲੀ ਦੇ ਨਾਲ ਸਟੈਂਡ ਲੈ ਕੇ ਖਲੋਤਾ ਹੋਵੇ। ਉਹ ਆ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਮੈਂ ਤੁਹਾਨੂੰ ਰੀਜ਼ਨ ਦੱਸਦਾ, ਕੋਈ ਖਾਲੀ ਮੂੰਹ ਜ਼ਬਾਨੀ ਗੱਲ ਕਹਿ ਦੇਣਾ ਕਿਸੇ ਦੀ ਗੱਲ ਹੀ ਨਹੀਂ ਹੁੰਦੀ। ਦੇਖੋ ਪਹਿਲੀ ਗੱਲ ਆ, ਅੱਜ ਦੇਸ਼ ਦੇ ਅੰਦਰ ਕਦੀ ਵੀ ਐਸਾ ਸਮਾਂ ਨਹੀਂ ਜਦੋਂ ਖੁੱਲ੍ਹ ਕੇ ਕਿਸੇ ਨੇ ਦੇਸ਼ ਦੇ ਮੰਚ ਤੋਂ, ਦੇਸ਼ ਦਾ ਵੱਡਾ ਮੰਚ ਕਿਹੜਾ, ਲਾਲ ਕਿਲ੍ਹਾ, ਜੋ ਦੇਸ਼ ਨੂੰ ਰਿਪਰੈਜ਼ੈਂਟ ਕਰਦਾ, ਜਦੋਂ ਤੁਸੀਂ ਉੱਥੋਂ ਦੇਸ਼ ਨੂੰ ਸੰਬੋਧਿਤ ਕਰਦੇ ਜੀ। ਮੈਨੂੰ ਯਾਦ ਨਹੀਂ ਕਿ ਕਿਸੇ ਵੀ ਅੱਜ ਤੱਕ 70 ਸਾਲਾਂ 'ਚ ਕਿਸੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਗੁਰੂ ਸਾਹਿਬਾਨਾਂ ਦਾ ਜ਼ਿਕਰ ਉਸ ਲਾਲ ਕਿਲ੍ਹੇ ਤੋਂ ਕੀਤਾ ਹੋਵੇ। ਇਸ ਪ੍ਰਧਾਨ ਮੰਤਰੀ ਨੇ 9 ਦੇ 9 ਭਾਸ਼ਣ ਜਿਹੜੇ ਲਾਲ ਕਿਲ੍ਹੇ ਤੋਂ ਦਿੱਤੇ ਆ, ਉਹਨਾਂ ਦੇ ਅੰਦਰ ਤੁਸੀਂ ਦੇਖੋ ਹਰ ਵਾਰ ਕਿਸੇ ਗੁਰੂ ਸਾਹਿਬਾਨਾਂ ਦਾ ਯੋਗਦਾਨ ਦੀ ਜਾਣਕਾਰੀ ਦਿੱਤੀ ਔਰ ਕਿਹਾ ਕਿ ਇਹਨਾਂ ਦੇ ਕਰਕੇ ਸਾਡਾ। ਇਸ ਤੋਂ ਵੀ ਅੱਗੇ ਵੱਧ ਕੇ ਜਦੋਂ ਕਿਸਾਨੀ ਦੇ ਇਸ਼ੂ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਸਿੱਖ ਇਸ਼ੂ ਬਣਾ ਲਿਆ, ਮਸਲਾ ਤਾਂ ਕਿਸਾਨੀ ਦਾ ਹੈ ਨਾ, ਅਸੀਂ ਕਿਸਾਨੀ ਦੇ ਨਾਲ ਹੀ ਖੜੇ ਸੀਗੇ, ਪਰ ਉਹਨੂੰ ਸਿੱਖ ਇਸ਼ੂ ਬਣਾ ਦਿੱਤਾ ਵੀ ਇਹ ਤਾਂ ਸਿੱਖਾਂ ਦਾ ਇਸ਼ੂ ਆ ਜੀ। ਹੁਣ ਦੇਸ਼ ਦੇ ਕਿਸਾਨਾਂ ਦਾ ਇਸ਼ੂ ਆ, ਉਹਨੂੰ ਸਿੱਖਾਂ ਦਾ ਇਸ਼ੂ ਬਣਾ ਲਿਆ। ਕਿਸਾਨੀ ਦਾ ਮਸਲਾ ਹੱਲ ਹੋ ਗਿਆ, ਉਹਨਾਂ ਦੀ ਦੁਕਾਨਾਂ ਹੱਲ ਨਹੀਂ ਹੋਈਆਂ, ਉਹਨਾਂ ਲੱਗਾ ਕਿ ਨਹੀਂ ਸਾਡਾ ਨਹੀਂ। ਉਹਨਾਂ ਹਾਲਾਤਾਂ 'ਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਖੜੇ ਹੋ ਕੇ ਕਿਹਾ ਕਿ ਅੱਜ ਅਗਰ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਮਨਾਉਂਦੇ ਹੋਏ ਲਾਲ ਕਿਲ੍ਹੇ ਤੋਂ ਸ਼ਤਾਬਦੀ ਮਨਾਉਣੀ, ਦੇਸ਼ ਦੇ ਅੰਦਰ 75 ਸਾਲਾਂ 'ਚ ਕੋਈ ਵੀ ਪ੍ਰਧਾਨ ਮੰਤਰੀ ਸਵਾਏ ਲਾਲ ਕਿਲ੍ਹੇ ਤੋਂ ਦੇਸ਼ ਨੂੰ ਐਡਰੈਸ ਕਰਦੇ ਦੂਜੀ ਵਾਰ ਕਦੀ ਲਾਲ ਕਿਲ੍ਹੇ ਤੋਂ ਐਡਰੈਸ ਨਹੀਂ ਕੀਤਾ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਤਾਬਦੀ ਮਨਾਉਂਦੇ ਹੋਏ ਲਾਲ ਕਿਲ੍ਹੇ ਤੋਂ ਖੜੇ ਹੋ ਕੇ ਕਿਹਾ ਕਿ ਅਗਰ ਅੱਜ ਸਾਡਾ ਵਜੂਦ ਆ, ਸਾਡਾ ਧਰਮ ਆ, ਸਾਡਾ ਵਜੂਦ ਆ, ਸਾਡਾ ਧਰਮ ਆ, ਇਸ ਕਰਕੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਹਾਨ ਸ਼ਹਾਦਤ ਕਰਕੇ ਅਸੀਂ ਬਚੇ ਹਾਂ। ਕਿਸੇ 'ਚ ਹਿੰਮਤ ਨਹੀਂ ਹੁੰਦੀ ਕਿ ਆਪਣੇ ਧਰਮ ਦੇ ਪ੍ਰਤੀ ਇਸ ਤਰ੍ਹਾਂ ਦੀ ਗੱਲ ਕਹਿਣ ਦੀ। ਦੂਜੀ ਗੱਲ, ਤੁਸੀਂ ਉਹਨਾਂ ਦੇ ਸਮੇਂ 'ਚ ਦੇਖੋ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਤਾਬਦੀ ਮਨਾਉਣੀ ਹੋਵੇ, ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਤਾਬਦੀ ਮਨਾਉਣੀ ਹੋਵੇ, ਸਾਹਿਬਜ਼ਾਦੇ ਦੇ ਨਾਮ 'ਤੇ ਦੇਖੋ। ਅੱਜ ਇਸ ਦੇਸ਼ ਦੇ ਅੰਦਰ ਸੈਕੂਲਰ ਦੇਸ਼ ਹੈ। ਇਸ ਦੇਸ਼ ਨੂੰ ਸੰਵਿਧਾਨ ਦੇ ਅੰਦਰ ਕੋਈ ਧਾਰਮਿਕ ਗੱਲ ਤੁਸੀਂ ਨਹੀਂ ਲਿਆ ਸਕਦੇ। ਵਾਹਦ ਇੱਕ ਨੈਸ਼ਨਲ ਡੇ ਆ, ਸਿਰਫ ਇੱਕ ਨੈਸ਼ਨਲ ਡੇ ਆ ਜਿਹੜਾ ਸਾਹਿਬਜ਼ਾਦੇ ਨੂੰ ਸਮਰਪਿਤ ਆ। ਕੋਈ ਦੂਜਾ ਐਸਾ ਦਿਨ ਨਹੀਂ ਇਸ ਮੁਲਕ ਦੇ ਅੰਦਰ। ਸ਼੍ਰੀ ਰਾਮ ਦਾ ਵੀ ਜਨਮ ਹੋਇਆ ਇਸ ਮੁਲਕ ਦੇ ਅੰਦਰ, ਕ੍ਰਿਸ਼ਨ ਦਾ ਵੀ ਜਨਮ ਹੋਇਆ ਇਸ ਮੁਲਕ ਦੇ ਅੰਦਰ, ਉਹਨਾਂ ਦੇ ਅਰਬਾਂ ਜਿਹੜੇ ਨੇ ਸ਼ਰਧਾਲੂ ਨੇ। ਲੇਕਿਨ ਇਸ ਦੇਸ਼ ਦੇ ਅੰਦਰ ਅਗਰ ਕਿਸੇ ਦੇ ਨਾਮ ਦੇ ਉੱਤੇ ਇੱਕ ਨੈਸ਼ਨਲ ਡੇ ਆ ਅਤੇ ਉਹ ਸਾਹਿਬਜ਼ਾਦਿਆਂ 'ਤੇ ਆ, ਵੀਰ ਬਾਲ ਦਿਵਸ, ਉਹਨਾਂ ਦੇ ਨਾਮ ਦੇ ਉੱਤੇ ਦੂਜੇ ਬੰਦੇ ਨੂੰ ਨੈਸ਼ਨਲ ਡੇ ਦੇ ਉੱਤੇ ਮਨਾਇਆ ਨਹੀਂ ਜਾਂਦਾ। ਇਹ ਦੇਸ਼ ਦੇ ਸਾਡੇ ਵਾਸਤੇ ਇੱਕ ਬੜੇ ਮਾਣ ਦੀ ਗੱਲ ਆ। ਔਰ ਫਿਰ
ਜਦੋਂ ਆਪਾਂ ਸਿੱਖਾਂ ਦੀ ਮੈਂ ਹੁਣ ਪਾਰਟੀ ਦੀ ਗੱਲ ਵੀ ਨਹੀਂ ਕਰਦਾ, ਮੈਂ ਜਨਰਿਕ ਇੱਕ ਦੇਸ਼ ਦੀ ਸਰਕਾਰ ਦੀ ਗੱਲ ਕਰਦਾ। ਤੁਸੀਂ ਦੇਖੋ ਕੋਈ ਵੀ ਇੱਥੇ ਸਰਕਾਰ ਰਹੀ ਹੋਵੇ, ਦੇਸ਼ ਨੂੰ ਸਿੱਖਾਂ ਨੂੰ ਦੇਸ਼ ਨੇ ਮਾਣ ਦਿੱਤਾ ਹੈ, ਠੀਕ ਆ। ਅਸੀਂ ਇੱਕ ਨੈਗੇਟਿਵ ਪ੍ਰੋਪੋਗੰਡੇ ਦੇ ਸ਼ਿਕਾਰ ਬਣ ਜਾਂਦੇ ਹਾਂ। ਨੈਗੇਟਿਵ ਗੱਲਾਂ ਦੇ ਉੱਤੇ ਸਾਨੂੰ ਬੜੀਆਂ ਸੁਣਨੀਆਂ ਚੰਗੀਆਂ ਲੱਗਦੀਆਂ, ਉੱਤੇ ਕਮੈਂਟ ਪਾਉਣੇ ਬੜੇ ਚੰਗੇ ਲੱਗਦੇ ਆ। ਇਸ ਦੇਸ਼ ਦਾ ਸਿੱਖ ਰਾਸ਼ਟਰਪਤੀ ਰਿਹਾ, ਇਸ ਦੇਸ਼ ਦਾ ਸਿੱਖ ਪ੍ਰਧਾਨ ਮੰਤਰੀ ਰਿਹਾ, ਇਸ ਦੇਸ਼ ਦਾ ਸਿੱਖ ਗ੍ਰਹਿ ਮੰਤਰੀ ਰਿਹਾ, ਇਸ ਦੇਸ਼ ਦਾ ਸਿੱਖ ਫਾਈਨਾਂਸ ਮਿਨਿਸਟਰ ਰਿਹਾ, ਇਸ ਦੇਸ਼ ਦਾ ਸਿੱਖ ਆਰਮੀ ਚੀਫ ਰਿਹਾ, ਇਸ ਦੇਸ਼ ਦਾ ਸਿੱਖ ਏਅਰਫੋਰਸ ਚੀਫ ਰਿਹਾ, ਇਸ ਦੇਸ਼ ਦਾ ਸਿੱਖ ਚੀਫ ਜਸਟਿਸ ਆਫ ਇੰਡੀਆ ਰਿਹਾ। ਦੇਸ਼ ਦੇ ਜਿੰਨੇ ਸਭ ਤੋਂ ਉੱਚੇ ਅਹੁਦੇ ਨੇ ਉਹਨਾਂ ਦੇ ਉੱਤੇ ਸਿੱਖਾਂ ਨੂੰ ਮਾਣ ਮਿਲਿਆ। ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਹੁਣ ਦੇਸ਼ ਦੀ ਗੱਲ ਕਰਕੇ ਕਰ ਰਿਹਾ। ਲੇਕਿਨ ਕੀ ਹੁੰਦਾ ਕਿ ਸਾਨੂੰ ਕੁਝ ਲੋਕ ਜਿਹੜੇ ਨੇ ਇਸ ਨੂੰ ਦੇਸ਼ ਵਰਸੀ ਸਿੱਖ ਬਣਾ ਕੇ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਨੇ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਨਹੀਂ ਜੀ, ਇਹ ਤਾਂ ਬੀਜੇਪੀ ਦੇ ਅਗਰ ਖਿਲਾਫ ਬੋਲਾਂਗੇ ਔਰ ਜਾਂ ਸਿਸਟਮ ਦੇ ਖਿਲਾਫ ਬੋਲਾਂਗੇ, ਸਰਕਾਰ ਦੇ ਖਿਲਾਫ ਬੋਲਾਂਗੇ ਤਾਂ ਹੀ ਅਸੀਂ ਚੰਗੇ ਹਾਂ। ਜੇ ਸਰਕਾਰ ਦੀ ਚੰਗੀ ਗੱਲ ਕੋਈ ਦੱਸ ਦੇ ਜੇ ਫਿਰ ਤੁਸੀਂ ਗਦਾਰ ਜੇ। ਯਾਰ ਅਸੀਂ ਕਿਸਾਨੀ ਦੀ ਲੜਾਈ ਸੀ, ਅਸੀਂ ਲੜੇ ਨਾ, ਜ਼ਰੂਰ ਸੀ ਖੜੇ, ਸਿੱਖਾਂ ਨਾਲ ਖੜੇ, ਜੇਲ੍ਹਾਂ ਦੇ ਬਾਹਰ ਜਾ ਕੇ ਖੜੇ ਹੋਏ, ਲੜਾਈ ਲੜੀ। ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮੰਚ ਤੋਂ ਖੜੇ ਹੋ ਕੇ ਮਾਫੀ ਮੰਗ ਕੇ ਕਹਿਣ ਮੈਂ ਕਿਸਾਨੀ ਬਿੱਲ ਵਾਪਸ ਲੈ ਰਿਹਾ, ਨਹੀਂ ਜੀ ਅਸੀਂ ਤਾਂ ਲੜਾਂਗੇ, ਇਹ ਤਾਂ ਕੋਈ ਜਗ੍ਹਾ। ਮੈਂ ਪੜ੍ਹਿਆ ਲਿਖਿਆ ਆਦਮੀ ਹਾਂ, ਮੈਂ ਮੋਡਰੇਟ ਸਿੱਖ ਹਾਂ। ਮੈਂ ਨਹੀਂ ਚਾਹੁੰਦਾ ਕਿ ਮੇਰੇ ਸਿੱਖ ਜਿਹੜੇ ਨੇ ਉਹ ਹਰ ਵੇਲੇ ਹੀ ਕਿਰਪਾਨਾਂ ਦੇ ਨਾਲ ਜੇਲ੍ਹਾਂ 'ਚ ਹੀ ਜਾਣ। ਇਹ ਕੋਈ ਸਿਆਣੀ ਗੱਲ ਨਹੀਂ ਹੈਗੀ। ਯਾਰ ਆਪਣੇ ਸਿੱਖਾਂ ਨੂੰ ਕੋਈ ਚੰਗੀ ਚੀਜ਼ ਦਈਏ, ਉਹਨਾਂ ਨੂੰ ਅੱਗੇ ਵਧਣ ਦੇ ਰਸਤੇ ਬਣਾ ਕੇ ਦਈਏ, ਉਹਨਾਂ ਨੇ ਐਸੇ ਪਲੇਟਫਾਰਮਸ ਦਈਏ ਜਿਹਦੇ ਨਾਲ ਉਹ ਦੇਸ਼ ਦੇ ਅੰਦਰ ਗਰੋ ਕਰ ਸਕਣ, ਦੇਸ਼ ਅੰਦਰ ਉਹਨਾਂ ਦਾ ਮਾਣ ਸਤਿਕਾਰ ਹੋਵੇ। ਅਸੀਂ ਕੋਵਿਡ ਦੇ ਅੰਦਰ, ਮੈਂ ਬੜੇ ਫਖਰ ਨਾਲ ਅੱਜ ਕਹਿਣਾ, ਮੈਂ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਰੂਪ ਦੇ ਅੰਦਰ ਮੈਨੂੰ ਮੌਕਾ ਮਿਲਿਆ। ਮੈਂ ਕੋਵਿਡ ਦੇ ਅੰਦਰ ਦੁਨੀਆ 'ਚ ਸਿੱਖਾਂ ਨੂੰ ਜਾ ਕੇ ਦੱਸਿਆ ਸਿੱਖਾਂ ਦੀ ਤਾਕਤ ਕੀ ਆ, ਸਿੱਖਾਂ ਦੀ ਸੇਵਾ ਕੀ ਆ। ਮੈਨੂੰ ਅਫਸੋਸ ਹੁੰਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਸਿੱਖਾਂ ਦੇ ਪ੍ਰਤੀ ਲੋਕਾਂ ਦੀ ਨਫ਼ਰਤ ਇਸ ਕਰਕੇ ਆ ਕਿਉਂਕਿ ਕੁਝ ਸ਼ਰਾਰਤੀ ਲੋਕ ਗੰਦ ਬੋਲਦੇ ਨੇ, ਦੂਜੇ ਧਰਮਾਂ 'ਤੇ ਮਾੜੇ ਬੋਲਦੇ ਨੇ, ਦੂਜੇ ਧਰਮਾਂ 'ਤੇ ਕਟਾਸ਼ ਕਰਦੇ ਨੇ। ਕਮਾਲ ਹੋ ਗਈ। ਮੈਂ ਤਾਂ ਇਸ ਕਰਕੇ ਮੈਂ ਮੰਨਦਾ ਕਿ ਬੀਜੇਪੀ ਦਾ ਵਿਰੋਧ ਸਿਰਫ ਇਸ ਕਰਕੇ ਕਰਦੇ ਨੇ ਕਿਉਂਕਿ ਅਸੀਂ ਸਰਕਾਰ 'ਚ ਅਸੀਂ ਤਾਂ ਵਿਰੋਧ ਕਰਾਂਗੇ, ਨਹੀਂ ਤਾਂ ਅਸੀਂ ਚੰਗੇ ਨਹੀਂ ਜਾਣੇ ਜਾਵਾਂਗੇ। ਇਹ ਸੋਚਣਾ ਜਿਹੜੇ ਵਿਰੋਧ ਕਰਦੇ ਹੋ ਚੰਗੀ ਗੱਲ ਨਹੀਂ। ਸਿਰਸਾ ਜੀ, ਤੁਸੀਂ ਜਿਹੜੀਆਂ ਪ੍ਰਾਪਤੀਆਂ ਗਿਣਾਈਆਂ ਨੇ, ਚਾਹੇ ਹੋਰ ਮੁੱਦਿਆਂ ਦੇ ਉੱਤੇ ਵੀ ਬੀਜੇਪੀ ਦਾਅਵਾ ਕਰਦੀ ਹੈ, ਚਾਹੇ ਉਹ ਕਰਤਾਰਪੁਰ ਲਾਂਘੇ ਦੀ ਗੱਲ ਹੋਵੇ। ਤੁਸੀਂ ਇੱਕ ਨਹੀਂ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਖਾਲੀ ਇੱਕ ਕਰਤਾਰਪੁਰ ਦੀ ਗੱਲ ਨਹੀਂ, ਮੈਂ ਤੁਹਾਨੂੰ ਇੱਕ ਬੜੀ ਬੇਸਿਕ ਜਿਹੀ ਗੱਲ ਦੱਸੀ ਆ ਵੀ ਦੇਖੋ ਪਾਕਿਸਤਾਨ ਜਿਹੜਾ ਦੁਸ਼ਮਣ ਮੁਲਕ ਦੇ ਨਾਲ ਖੜੇ ਹੋਣਾ, ਕਿਉਂਕਿ ਬੀਜੇਪੀ ਦੀ ਆਈਡੀਓਲੋਜੀ ਨੈਸ਼ਨਲਿਸਟ ਹੈ। ਬੀਜੇਪੀ ਹਮੇਸ਼ਾ ਇਸ ਗੱਲ ਦੇ ਉੱਤੇ ਹੀ ਆਪਣੇ ਆਪ ਨੂੰ ਜਿੰਦਾ ਰੱਖਦੀ ਆ। ਪਰ ਜਦੋਂ ਸਿੱਖਾਂ ਦੀ ਗੱਲ ਆਈ, ਉਸ ਆਈਡੀਓਲੋਜੀ 'ਤੇ ਕੰਪਰੋਮਾਈਜ਼ ਕਰਦੇ ਹੋਏ ਪਾਕਿਸਤਾਨ ਦੇ ਨਾਲ ਹੱਥ ਮਿਲਾਇਆ। ਕੱਲ੍ਹ ਮੇਰੇ ਇਹੀ ਨਹੀਂ, ਜਿਹੜੀ ਕਾਲੀ ਸੂਚੀ ਸੀ ਕੋਈ ਮਾਫ ਕਰਨ ਨੂੰ ਤਿਆਰ ਨਹੀਂ ਸੀਗਾ, ਲੇਕਿਨ ਕਾਲੀ ਸੂਚੀ ਵਾਲੇ ਸਾਰੇ ਮੁਲਕ 'ਚ ਲੈ ਕੇ ਆਉਂਦੇ। ਤੁਹਾਨੂੰ ਕੀ ਲੱਗਦਾ ਦੇਸ਼ ਦੇ ਪ੍ਰਧਾਨ ਮੰਤਰੀ ਦਬਾਅ ਨਹੀਂ ਹੁੰਦਾ ਹੋਊਗਾ ਵੀ ਯਾਰ ਤੁਸੀਂ ਕੀ ਕਰਨ ਦੇ ਜੀ, ਯਾਰ ਹੈਂ ਤੁਸੀਂ ਇਹ ਕਿਸ ਪਾਸੇ ਚੱਲ ਪਏ ਜੀ? ਉਹਨਾਂ 'ਤੇ ਦਬਾਅ ਨਹੀਂ ਹੁੰਦਾ ਹੋਊਗਾ। ਜਦੋਂ ਤੁਸੀਂ ਦੇਸ਼ ਦੇ ਅੰਦਰ ਐਸੇ ਹਾਲਾਤ ਬਣ ਰਹੇ ਹੋਣ ਕਿ ਜਦੋਂ ਤੁਸੀਂ ਕਹੋ ਕਿ ਮੈਂ ਕਾਲੀ ਸੂਚੀ ਨੂੰ ਖਤਮ ਕਰਨਾ ਹੈ ਔਰ ਦੂਜੇ ਪਾਸੇ ਲੋਕ ਤੁਹਾਡਾ ਵਿਰੋਧ ਕਰ ਰਹੇ ਹੋਣ, ਤੇ ਤੁਹਾਨੂੰ ਨਾਲ ਆ ਕੇ ਤੁਹਾਡੀ ਪਾਰਟੀ ਲੋਕ ਵੀ ਕਹਿੰਦੇ ਹੋਣਗੇ ਯਾਰ ਤੁਸੀਂ ਕੀ ਕਰਦੇ ਜੀ। ਲੇਕਿਨ ਪ੍ਰਧਾਨ ਮੰਤਰੀ ਨੇ ਵਿਸ਼ਾਲ ਹਿਰਦਾ ਦਿਖਾਇਆ। ਤੁਸੀਂ ਦੇਖੋ ਅੱਗੇ 40 ਸਾਲ ਹੋ ਗਏ ਸੀ ਇਨਸਾਫ ਮੰਗਦਿਆਂ ਨੂੰ। ਸੱਜਣ ਕੁਮਾਰ ਨੂੰ ਜੇਲ੍ਹ 'ਚ ਕਿਹਨੇ ਪਾਇਆ? ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ। ਕਾਂਗਰਸ ਤਾਂ ਕਹਿ ਰਹੀ ਹੈ ਕਿ ਇਹ ਪ੍ਰੋਪੇਗੈਂਡਾ। ਕੋਈ ਗੱਲ ਨਹੀਂ, ਟਾਈਟਲਰ ਤੇ ਚਾਰਜਸ਼ੀਟ ਕਿਹਨੇ ਦਰਜ ਕੀਤੀ? ਚਲਦੀ ਕਮਲਨਾਥ ਦਾ ਕੇਸ ਕਿਹਨੇ ਖੋਲ੍ਹਿਆ? ਹੁਣ ਕਮਲਨਾਥ ਅੰਦਰ ਜਾਏਗਾ, ਟਾਈਟਲਰ ਅੰਦਰ ਜਾਏਗਾ। ਕਾਂਗਰਸ ਕੀ ਕਹਿ ਰਹੀ ਆ ਮੈਂ ਉਹਦੇ 'ਚ ਨਹੀਂ ਜਾ ਰਿਹਾ। ਅਗਰ ਸੱਜਣ ਕੁਮਾਰ ਦਾ ਕੇਸ ਸਾਨੂੰ ਕਰਨਾ ਹੀ ਨਾ ਪੈਂਦਾ, ਅਗਰ ਕਾਂਗਰਸ ਨੇ ਅੰਦਰ ਦੇ ਦਿੱਤਾ ਹੁੰਦਾ ਤੇ ਕਹਿਣ ਦੀ ਲੋੜ ਹੀ ਕੁਛ ਨਹੀਂ ਸੀ ਕਾਂਗਰਸ ਨੂੰ। ਪਰ ਦੂਜੇ ਪਾਸੇ ਜਿਹੜਾ ਅਸਲ ਬੀਜੇਪੀ ਦਾ ਵਿਰੋਧ ਹੁੰਦਾ ਹੈ, ਪਿੰਡਾਂ ਦੇ ਵਿੱਚ ਇਹ ਗੱਲ ਚੱਲਦੀ ਹੈ ਵੀ ਭਾਈ ਰੱਜੋਆਣੇ ਦਾ ਮੁੱਦਾ ਹੈ, ਉਹਨਾਂ ਦੀ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ 500 ਪ੍ਰਕਾਸ਼ ਸਾਲਾਂ ਦੇ ਪ੍ਰਕਾਸ਼ ਉਸ ਤੋਂ ਜੀ ਸਾਰਾ ਹੀ ਮੁੱਦਾ ਪਤਾ ਕਿਉਂ ਸਵਾਲ ਕਰੋ। ਇਹੀ ਗੱਲ ਮੈਂ ਜਿਹੜੀ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਦੇਸ਼ ਦੇ ਪ੍ਰਧਾਨ ਮੰਤਰੀ ਨੇ 5 ਲੋਕ ਛੱਡੇ, ਉਸ ਵੇਲੇ ਛੱਡੇ 13-14 ਸੀ। ਇਹ ਜਿਹੜੇ 5 ਵੱਡੇ ਇਹ ਲੋਕ ਨਾਮ ਨੇ, ਉਹਦੇ 'ਚੋਂ 2 ਲੋਕ ਪੰਜਾਬ ਸਰਕਾਰ ਦੇ ਕੋਲ ਸੀ, ਕੈਪਟਨ ਅਮਰਿੰਦਰ ਸਿੰਘ ਇੱਥੇ ਮੁੱਖ ਮੰਤਰੀ ਸੀ, ਉਹਨਾਂ ਨੇ 2 ਦੇ 2 ਛੱਡ ਦਿੱਤੇ। 2 ਲੋਕ ਦਿੱਲੀ ਕੋਲ ਸੀਗੇ, ਦਿੱਲੀ ਸਰਕਾਰ ਨੇ ਨਹੀਂ ਛੱਡੇ। ਇੱਕ ਕਰਨਾਟਕਾ ਦੇ ਕੋਲ ਸੀਗਾ, ਕਰਨਾਟਕਾ ਸਰਕਾਰ ਨੇ ਨਹੀਂ ਛੱਡਿਆ। ਖਹਿਰਾ ਸਾਹਿਬ ਕਰਨਾਟਕਾ ਕੋਲ ਸੀ, ਪ੍ਰੋਫੈਸਰ ਭੁੱਲਰ ਔਰ ਇਹਦਾ ਕੇਸ ਇੱਥੇ ਸੀ ਦਿੱਲੀ ਅੰਦਰ। ਪ੍ਰਧਾਨ ਮੰਤਰੀ ਦੀ ਕੇਂਦਰ ਸਰਕਾਰ ਦੀ ਆਪਣੀ ਕੋਈ ਜੇਲ੍ਹ ਨਹੀਂ ਹੈਗੀ। ਮੈਂ ਅੱਜ ਬੜੀ ਤੁਹਾਨੂੰ ਕਲੈਰਿਟੀ 'ਚ ਇੱਕ ਗੱਲ ਸਮਝਾਵਾਂ, ਜਿਹੜਾ ਬੰਦੀ ਸਿੰਘਾਂ ਦਾ ਇਸ਼ੂ ਬਾਰ-ਬਾਰ ਰੇਜ਼ ਕੀਤਾ ਜਾਂਦਾ, ਕੇਂਦਰ ਸਰਕਾਰ ਦਾ ਕੋਈ ਆਪਣੀ ਜੇਲ੍ਹ ਨਹੀਂ ਹੈਗੀ ਜਿਸ 'ਚ ਉਹਨਾਂ ਨੇ ਕਿਸੇ ਬੰਦੇ ਨੂੰ ਜੇਲ੍ਹ ਰੱਖਿਆ ਹੈ। ਜਾਂ ਉਹ ਪੰਜਾਬ ਦੀ ਜੇਲ੍ਹਾਂ 'ਚ ਨੇ ਜਾਂ ਉਹ ਦਿੱਲੀ ਦੀ ਜੇਲ੍ਹ 'ਚ ਨੇ, ਠੀਕ ਹੈ। ਕੋਈ ਸਟੇਟ ਦੀ ਜੇਲ੍ਹ ਜਦੋਂ ਪ੍ਰਧਾਨ ਮੰਤਰੀ ਨੇ 5 ਬੰਦੇ ਛੱਡ ਦਿੱਤੇ, ਆਰਡਰ ਕਰਕੇ ਦੇ ਦਿੱਤਾ, ਫਿਰ ਉਹ ਛੁੱਟੇ ਨਹੀਂ ਛੁੱਟੇ। ਕਿਉਂ ਨਹੀਂ ਛੁੱਟੇ? ਕਿਉਂਕਿ ਸਟੇਟ ਦੀਆਂ ਜੇਲ੍ਹਾਂ ਨੇ ਨਹੀਂ ਛੱਡਿਆ। ਪ੍ਰਧਾਨ ਮੰਤਰੀ ਦੇ ਕੋਲ ਐਸਾ ਕੋਈ ਕਾਨੂੰਨ ਨਹੀਂ ਸੀਗਾ ਕਿ ਪ੍ਰਧਾਨ ਮੰਤਰੀ ਕਹੇ ਕਿ ਤਾਲੇ ਤੋੜ ਕੇ ਇਹਨੂੰ ਬਾਹਰ ਕੱਢ ਦਿਓ। ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਇਹ ਜਨਰਿਕ ਇੱਕ ਗੱਲ ਦਿੱਤੀ ਵੀ ਮੈਂ ਇਹਨਾਂ ਲੋਕਾਂ ਨੂੰ ਮਾਫ ਕਰਨਾ ਚਾਹੁੰਦਾ। ਇੱਕ ਗੱਲ। ਦੂਜੀ ਗੱਲ, ਪ੍ਰਧਾਨ ਮੰਤਰੀ ਦੇ ਕਹਿਣ ਦੇ ਬਾਅਦ ਵੀ ਕਿਉਂ ਨਹੀਂ ਬਾਹਰ ਆਏ? 2 ਆ ਗਏ, 3 ਨਹੀਂ ਬਾਹਰ ਆਏ। ਪੰਜਾਬ ਦੇ ਅੰਦਰ ਵੋਟਾਂ ਮੰਗਦੇ ਪਏ ਸੀਗੇ, ਕੇਜਰੀਵਾਲ ਜੀ ਦਾ ਵਿਰੋਧ ਹੋਇਆ,
ਕੇਜਰੀਵਾਲ ਜੀ ਨੇ ਕਿਹਾ ਮੈਂ ਦਿੱਲੀ ਜਾ ਕੇ ਛਡਵਾ ਦੂੰਗਾ ਉਹਨੂੰ, ਵੋਟਾਂ ਤੋਂ ਬਾਅਦ ਦੁਬਾਰਾ ਕੋਈ ਵਿਰੋਧ ਕਰਦਾ ਨਹੀਂ, ਕੋਈ ਗੱਲ ਹੀ ਨਹੀਂ ਕਰਦਾ ਪੰਜਾਬ ਅੰਦਰ ਉਹਨਾਂ ਦੀ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਵੀ ਉੱਥੇ ਹੀ ਖੜਾ ਕੇਸ। ਇਹ ਤਾਂ ਮੈਂ ਕਹਿ ਰਿਹਾ ਨਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਆਮ ਆਦਮੀ ਕੋਲ ਦਿੱਲੀ 'ਚ, ਬਾਕੀ ਖੈਰ ਬਾਕੀ ਜਿਹੜੇ ਰਾਜੋਆਣਾ ਸਾਹਿਬ ਔਰ ਬਾਕੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਕੋਲ ਪੰਜਾਬ 'ਚ ਨੇ। ਮੈਂ ਅੱਜ ਤੁਹਾਡੇ ਟੀਵੀ ਚੈਨਲ ਤੇ ਗੱਲ ਕਹਿਣਾ, ਪ੍ਰਾਈਮ ਏਸ਼ੀਆ ਤੇ ਮੈਂ ਕਹਿ ਰਿਹਾ, ਦੋ ਸਰਕਾਰਾਂ ਨੇ, ਦਿੱਲੀ ਦੀ ਜੇਲ੍ਹ ਦਿੱਲੀ ਸਰਕਾਰ ਕੋਲ ਆ, ਦਿੱਲੀ ਦਾ ਜੇਲ੍ਹ ਮੰਤਰੀ ਦਿੱਲੀ ਦਾ, ਪੰਜਾਬ ਦੀ ਸਰਕਾਰ ਪੰਜਾਬ। ਉਹ ਦੱਸਣ ਕਿਹੜਾ ਤਾਲਾ ਖੋਲ੍ਹਣ 'ਚ ਦਿੱਕਤ ਆ ਰਹੀ ਆ। ਮੈਂ ਇਹ ਕਹਿੰਦਾ ਬੀਜੇਪੀ ਦਾ ਇੱਕ ਛੋਟਾ ਵਰਕਰ ਹੋਣ ਦੇ ਨਾਤੇ ਮੈਂ ਤੁਹਾਨੂੰ ਕਹਿੰਦਾ, ਜਿੱਦਣ ਭਗਵੰਤ ਮਾਨ ਜੀ ਕਹਿਣਗੇ ਮੈਂ ਤਾਲਾ ਖੋਲ੍ਹਣ ਲੱਗਾ, ਨਹੀਂ ਖੋਲ੍ਹਣ ਦਿੰਦੇ ਪਏ, ਮੈਂ ਪਾਰਟੀ ਦੇ ਸਾਹਮਣੇ ਜਾ ਕੇ ਵਿਰੋਧ 'ਚ ਬਹਿ ਜਾਊਂਗਾ। ਪਰ ਕੋਈ ਕੱਢੇ ਤਾਂ ਸਹੀ, ਕੱਢਣਾ ਸਟੇਟ ਨੇ ਆ, ਕੇਂਦਰ ਦੇ ਖਿਲਾਫ ਨਾਅਰੇ ਕਰੀ ਜਾ ਰਹੇ ਨੇ। ਅਰੇ ਭਾਈ ਜੋ ਰਸਤਾ ਹੀ ਨਹੀਂ ਤੁਸੀਂ ਅਡਾਪਟ ਕਰਨਾ ਚਾਹੁੰਦੇ, ਤੁਸੀਂ ਜਾਣਬੁੱਝ ਕੇ ਜਿਹਨਾਂ 'ਚ ਉਹਨਾਂ ਨੂੰ ਕਢਾਉਣਾ ਹੀ ਨਹੀਂ ਚਾਹੁੰਦੇ, ਤਾਂ ਤੁਹਾਡੀ ਮਰਜ਼ੀ ਆ। ਮੋਰਚੇ ਕਿਹਦੇ ਖਿਲਾਫ ਲਾ ਰੱਖੇ? ਕੇਂਦਰ ਸਰਕਾਰ ਦੇ ਖਿਲਾਫ। ਉਹ ਵੀ ਕੇਂਦਰ ਦੀ ਕੋਈ ਜੇਲ੍ਹ ਆ। ਪਰ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਨੇ ਆਪਣਾ ਸਟੈਂਡ ਕਿਹਾ, ਉੱਥੇ ਤਾਂ ਉਹ ਕਹਿੰਦੇ ਵੀ ਭਾਈ ਰੱਜੋਆਣਾ ਨੂੰ ਛੱਡਣ ਨਾਲ ਖਤਰਾ ਹੈ। ਮੈਂ ਕਹਿੰਦਾ ਬਿਲਕੁਲ ਇਹ ਸਟੈਂਡ ਲਿਆ, ਪਰ ਇਹ ਤੇ ਸਟੇਟ ਗਵਰਨਮੈਂਟ ਨੇ ਦੱਸਣਾ ਹੈ ਨਾ। ਜੋ ਸਟੇਟ ਗਵਰਨਮੈਂਟ ਆਪਣਾ ਸਟੈਂਡ ਕਹੂਗੀ ਉਹ ਕੇਂਦਰ ਸਰਕਾਰ ਨੇ ਲੈਣਾ ਹੈ, ਕਿਉਂਕਿ ਪੰਜਾਬ ਦੀ ਜੇਲ੍ਹ ਦੇ ਅੰਦਰ ਆ। ਪੰਜਾਬ ਨੇ ਇਹ ਭੇਜੀ ਏਅਰਪੋਰਟ, ਤੇ ਪੰਜਾਬ ਨੇ, ਅਗਰ ਪੰਜਾਬ ਕਹਦੇ ਨਹੀਂ ਖਤਰਾ ਤੋਂ ਬਾਹਰ ਆ ਜਾਊਗਾ, ਤੇ ਪੰਜਾਬ ਸਰਕਾਰ ਨੇ ਰਿਪਰੈਜ਼ੈਂਟ ਤੇ ਪੰਜਾਬ ਸਰਕਾਰ ਦੀ ਭਾਵਨਾ ਨੂੰ ਕਰਨਾ, ਕੋਈ ਕੇਂਦਰ ਨੇ ਆਪਣਾ ਥੋੜਾ ਕਰ ਸਕਦੀ ਆ। ਜਿਸ ਜੇਲ੍ਹ ਦੇ ਅੰਦਰ ਆ ਉਹ ਸਟੇਟ ਦੀ ਸੂਬੇ ਦੀ ਸਰਕਾਰ ਜੋ ਕਹੂਗੀ ਉਹੀ ਕੇਂਦਰ ਨੂੰ ਬੋਲਣਾ। ਇਹਦੇ 'ਚ ਕੀ ਗਲਤ ਆ? ਬੋਲਣਾ ਹੀ ਪੈਣਾ, ਇਹਦੇ 'ਚ ਕੋਈ ਗਲਤ ਹੀ ਨਹੀਂ ਹੈਗਾ। ਤੁਸੀਂ ਸੋਚ ਸਕਦੇ ਜੇ ਕਿ ਇੱਕ ਫੈਡਰਲ ਸਿਸਟਮ ਦੇ ਅੰਦਰ ਸਟੇਟ ਦੀ ਗਵਰਨਮੈਂਟ ਕਵੇ ਮੈਂ ਇਹਨੂੰ ਨਹੀਂ ਛੱਡਣਾ ਚਾਹੁੰਦੀ, ਔਰ ਕੇਂਦਰੀ ਸਰਕਾਰ ਕਿਵੇਂ ਛੱਡ ਦੋ? ਸਕਦਾ ਨਹੀਂ ਹੋ ਸਕਦਾ, ਮੰਨਣਾ ਪਊਗਾ। ਇਹ ਫੈਡਰਲ ਸਿਸਟਮ ਆ। ਮੈਂ ਤੁਹਾਨੂੰ ਕੀ ਕਹਿ ਰਿਹਾ, ਕੋਈ ਇਹਦੇ 'ਚ ਹੁਣ ਵੀ ਕੋਈ ਗਲਤ ਨਹੀਂ। ਦੋਵੇਂ ਸਟੇਟਾਂ 'ਚੋਂ ਸਰਕਾਰੋਂ ਕਹਿਣਾ ਸੀ ਛੱਡਣਾ, ਨਹੀਂ ਛੱਡ ਸਕਾਂਗੇ, ਮੈਂ ਜ਼ਿੰਮੇਵਾਰ ਹਾਂ। ਜੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਕਹਿ ਦਿੰਦੇ ਨੇ ਤੇ ਇੱਧਰੋਂ ਅਰਵਿੰਦ ਕੇਜਰੀਵਾਲ ਕਹਿੰਦੇ ਤੁਸੀਂ ਫਿਰ ਭਾਈ ਰੱਜੋਆਣਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਨੂੰ ਰਿਹਾ ਕਰਨ ਦੇ ਵਿੱਚ ਕੇਂਦਰ ਨੂੰ ਕੋਈ ਡਿੱਕਾ ਨਹੀਂ? ਕੋਈ ਡਿੱਕਾ ਨਹੀਂ। ਮੈਂ ਕਹਿੰਦਾ ਮੈਂ ਹੀ ਅੜ ਜਾਾਂਗੇ, ਲੜ ਜਾਾਂਗੇ, ਮਰ ਜਾਾਂਗੇ, ਪਰ ਕੋਈ ਰੀਜ਼ਨ ਤੇ ਹੋਣਾ ਚਾਹੀਦਾ ਨਾ। ਜਦੋਂ ਸਟੇਟਾਂ 'ਚ ਕੋਲ ਬੈਠੇ ਨੇ, ਬੈਠੇ ਸਟੇਟਾਂ ਦੇ ਕੋਲ ਨੇ, ਔਰ ਗੱਲ ਕੇਂਦਰ ਦੇ ਖਿਲਾਫ ਗੱਲ ਕਰਨੀ ਆ, ਬੋਲਣਾ ਮੋਦੀ ਨੂੰ ਗਾਲਾਂ ਕੱਢਣੀਆਂ ਨੇ, ਗਾਲਾਂ ਅਮਿਤ ਸ਼ਾਹ ਨੂੰ ਕੱਢਣੀਆਂ, ਕੋਈ ਰੀਜ਼ਨ ਤੇ ਹੋਣਾ ਚਾਹੀਦਾ। ਰੀਜ਼ਨੇਬਲੀ ਗੱਲ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੀਏ ਬਈ ਜੇਕਰ ਪ੍ਰਧਾਨ ਮੰਤਰੀ ਨੇ ਉਸ ਵੇਲੇ 5 ਬੰਦੇ ਛੱਡੇ, ਉਹ ਕਿਉਂ ਬਾਹਰ ਨਹੀਂ ਆਏ? ਕਿਉਂਕਿ ਸਟੇਟਾਂ ਨੇ ਅੜਿੱਕਾ ਪਾ ਲਿਆ। ਅਰਵਿੰਦ ਕੇਜਰੀਵਾਲ ਜੀ ਪੰਜਾਬ ਦੀ ਧਰਤੀ ਤੇ ਕਹਿ ਕੇ ਆਏ ਸੀ ਕਿ ਮੈਂ ਵੋਟਾਂ ਤੋਂ ਬਾਅਦ ਦਿੱਲੀ 'ਚ ਜਾ ਕੇ ਛੱਡ ਦੂੰਗਾ। ਕੋਈ ਗੱਲ ਕਰਦਾ ਪਿਆ ਉਹਦੇ ਖਿਲਾਫ? ਨਹੀਂ ਬੋਲਦਾ ਪਿਆ, ਕੋਈ ਬੋਲ ਹੀ ਨਹੀਂ ਰਿਹਾ, ਕਿਉਂਕਿ ਮਕਸਦ ਜੇਲ੍ਹਾਂ 'ਚੋਂ ਬੰਦੇ ਕਢਾਉਣਾ ਹੈ ਹੀ ਨਹੀਂ। ਮਕਸਦ ਤੇ ਕੇਵਲ ਔਰ ਕੇਵਲ ਬੀਜੇਪੀ ਦਾ ਵਿਰੋਧ ਕਰਨਾ ਹੈ। ਮੈਂ ਤਾਂ ਬੜਾ ਡਟ ਕੇ ਕਹਿ ਰਿਹਾ, ਵਿਰੋਧ ਕਰਨਾ ਉਹ ਸਟੇਟ ਗਵਰਨਮੈਂਟ ਦਾ ਕਰੋ ਜਿਹਦੀ ਜੇਲ੍ਹ 'ਚ ਬੈਠੇ ਨੇ। ਉਹ ਸ਼੍ਰੋਮਣੀ ਅਕਾਲੀ ਦਲ ਵੀ ਕੇਂਦਰ ਦੇ ਉੱਤੇ ਹੀ ਦੋਸ਼ ਲਾਉਂਦਾ ਬੰਦੀ ਸਿੰਘਾਂ ਦੇ, ਇਸ ਕਰਕੇ ਨਾ, ਕਿਉਂਕਿ ਉਹਨਾਂ ਦੀ ਕੇਂਦਰ ਨਾਲ ਅੱਜ ਕੱਲ੍ਹ ਬਣਦੀ ਨਹੀਂ। ਬਈ ਅਗਰ ਕੇਂਦਰ ਤੇ ਦੋਸ਼ ਸੀ ਤੇ ਫਿਰ ਉਦੋਂ ਕਿਉਂ ਨਾ ਛੁੱਟ ਗਏ ਜਦੋਂ ਉਹ ਖੁਦ ਮੰਤਰੀ ਸੀ? ਫਿਰ ਉਦੋਂ ਕਿਉਂ ਨਾ ਛੁਡਾ ਲਿਆ? ਬਈ ਇਹ ਤੇ ਗੱਲ 2019 ਦੀ ਆ। ਅਕਾਲੀ ਦਲ ਤੇ ਉਹਨਾਂ ਨੇ ਛੱਡਿਆ ਤੇ ਉਹਨਾਂ ਨੇ 2021 'ਚ ਆ, ਤੇ ਫਿਰ ਉਹਨਾਂ ਨੇ ਹੁਣ ਉਹ 2.5 ਸਾਲ ਤੱਕ ਕੀ ਕਰਦੇ ਰਹੇ ਉਦੋਂ। ਤੇ ਬੀਜੇਪੀ ਪ੍ਰਧਾਨ ਮੰਤਰੀ ਵੱਲੋਂ ਇਹਦੇ ਉੱਤੇ ਕੋਈ ਸਟੈਂਡ ਲੋਕਾਂ ਨੂੰ ਸਪਸ਼ਟ ਕਿਉਂ ਨਹੀਂ ਕੀਤਾ ਜਾਂਦਾ ਕਿ ਇੱਥੇ ਬੀਜੇਪੀ ਦੇ ਉੱਤੇ ਦੋਸ਼ ਲੱਗਦੇ? ਕਾਰਨ ਹੈ ਨਾ, ਮੇਰੀ ਗੱਲ ਸਮਝੋ, ਕਿਉਂਕਿ ਜਿਹੜੇ ਲੋਕਾਂ ਦਾ ਪਰਪਸ ਹੀ ਡਿਫਰੈਂਟ ਆ। ਬੋਲਿਆ ਜਾਂਦਾ ਅਲੱਗ-ਅਲੱਗ ਮੰਚਾਂ ਤੋਂ, ਅਲੱਗ-ਅਲੱਗ ਸਮੇਂ 'ਤੇ ਗੱਲ ਕਹੀ ਗਈ, ਕਲੈਰਿਟੀ ਦਿੱਤੀ ਗਈ। ਜਦੋਂ ਉੱਥੇ ਸਾਡੇ ਮੰਤਰੀ ਗਏ, ਕੇਂਦਰ ਦੇ ਮੰਤਰੀ ਸ਼ੇਖਾਵਤ ਜੀ, ਉਹਨਾਂ ਕੀ ਕੀਤਾ? ਉਹਨਾਂ ਖੁਦ ਸਾਈਨ ਕੀਤਾ ਐਸਜੀਪੀਸੀ ਦਾ, ਉਹਨਾਂ ਖੁਦ ਸਾਈਨ ਕੀਤਾ। ਮੇਰੇ ਤੋਂ ਵੀ ਕਰੋ, ਮੈਂ ਵੀ ਕਹਿਣਾ ਛੁੱਟਣੇ ਚਾਹੀਦੇ ਆ। ਉਹਨਾਂ ਕਿਹੜਾ ਮਨਾ ਕੀਤਾ? ਪਰ ਜੇ ਛੱਡਣੇ ਉਹਨੇ ਹੁੰਦੇ ਤਾਂ ਲੋਕ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਛੱਡਣਾ ਤੇ ਕੇਂਦਰ ਸਰਕਾਰ ਨੇ ਨਹੀਂ ਨਾ ਛੱਡਣਾ, ਤੇ ਸਟੇਟ ਦੀ ਗਵਰਨਮੈਂਟ ਨੇ। ਸਟੇਟ ਦੀ ਗਵਰਨਮੈਂਟ ਕਿ ਅਸੀਂ ਛੱਡਣ ਨੂੰ ਰੋਕਦੇ ਪਏ, ਸਾਨੂੰ ਕੇਂਦਰ ਸਰਕਾਰ ਰੋਕਦੀ ਪਈ, ਅਸੀਂ ਜ਼ਿੰਮੇਵਾਰੀ ਲੈਂਦੇ ਉਹਦੀ। ਅੱਛਾ ਜੀ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਅਮਰਤਪਾਲ ਸਿੰਘ ਹੋਰਾਂ ਦਾ ਮੁੱਦਾ ਵੀ ਗਰਮਾਇਆ ਰਿਹਾ। ਪੰਜਾਬ ਦੇ ਨੌਜਵਾਨਾਂ ਦੇ ਉੱਤੇ NSA ਲਾ ਕੇ ਉਹਨਾਂ ਨੂੰ ਦਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਕੇਂਦਰ ਦੀ ਸਰਕਾਰ ਵੀ ਇਹਦੇ ਵਿੱਚ ਇਨਵੋਲਵ ਆ ਤੇ ਪੰਜਾਬ ਦੀ ਸਰਕਾਰ ਵੀ ਇਨਵੋਲਵ ਆ। ਇਹ ਕਿਵੇਂ ਦੇਖਦੇ ਹੋ? ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਫੜ ਕੇ ਪੰਜਾਬ ਦੀ ਕਿਵੇਂ ਇਨਵੋਲਵ? ਉਹ ਕਹਿੰਦੇ ਆ ਕਿ ਕਹਿੰਦੇ ਨਹੀਂ, ਮੈਨੂੰ ਕਹਿੰਦਾ ਨਹੀਂ ਹੈਗਾ, ਮੈਨੂੰ ਕਾਨੂੰਨੀ ਤੌਰ ਤੇ ਸਮਝਾਓ ਕਿ ਕਿਸ ਤਰ੍ਹਾਂ ਕੇਂਦਰੀ ਸਰਕਾਰ ਨੇ ਕੋਈ ਆਰਡਰ ਪਾਸ ਕੀਤਾ, ਕੇਂਦਰੀ ਸਰਕਾਰ ਨੇ ਕੋਈ ਕਾਨੂੰਨ ਪਾਸ ਕੀਤਾ ਹੈ। ਤੁਸੀਂ ਪੰਜਾਬ ਦੀ ਲਾਅ ਐਂਡ ਆਰਡਰ ਸੰਭਾਲਣ ਦਾ ਕੰਮ ਭਗਵੰਤ ਮਾਨ ਜੀ ਕੋਲ ਆ, ਠੀਕ ਆ। ਪੰਜਾਬ ਦੇ ਅੰਦਰ ਜੋ ਵੀ ਹੋਣਾ ਹੈ ਉਹ ਪੰਜਾਬ ਸਰਕਾਰ ਨੇ ਫੈਸਲਾ ਕਰਨਾ ਹੈ। ਕੇਂਦਰ, ਕਿਉਂਕਿ ਮੈਂ ਫਿਰ ਕਹਾਂ ਨਾ, ਪੰਜਾਬ ਦੇ ਅੰਦਰ ਜਿਹੜੇ ਪੋਲੀਟੀਕਲ ਲੋਕ ਨੇ, ਜਿਹੜੀ ਪਾਰਟੀਆਂ ਨੇ, ਅਕਾਲੀ ਦਲ ਆ, ਉਹ ਵੀ ਚਾਹੁੰਦੀ ਆ ਕਿ ਮੈਂ ਬੀਜੇਪੀ ਨੂੰ ਟਾਰਗੇਟ ਕਰਨਾ। ਉਹ ਪੰਜਾਬ ਦੀ ਸਰਕਾਰ ਤੋਂ ਡਰਦੇ ਆ ਵੀ ਸਾਡੇ ਵਿਰੋਧ ਹੋਣਗੇ, ਸਾਡੇ ਤੇ ਕੇਸ ਚੱਲਣਗੇ, ਚੁੱਪ ਰਹੋ, ਠੀਕ। ਜਿਹੜੀ ਆਮ ਆਦਮੀ ਉਹਨੇ ਤੇ ਕੇਂਦਰ ਦੇ ਖਿਲਾਫ ਬੋਲਣਾ ਹੈ।
ਜਿਹੜੀ ਕਾਂਗਰਸ ਆ ਉਹਨਾਂ ਦੀ ਕੇਂਦਰ ਦੇ ਅੰਦਰ ਸਰਕਾਰ ਬਣਾਉਣਾ ਚਾਹੁੰਦੇ ਨੇ, ਉਹ ਵੀ ਬੀਜੇਪੀ ਦੇ ਖਿਲਾਫ ਬੋਲਣ ਵਾਲੇ ਨੇ। ਸੋ ਪੰਜਾਬ ਦੀਆਂ ਤਿੰਨੇ ਪਾਰਟੀਆਂ ਜਿਹੜੀਆਂ ਨੇ ਉਹ ਬੀਜੇਪੀ ਦੇ ਖਿਲਾਫ ਬੋਲਣ ਵਾਲੀਆਂ ਨੇ, ਉਹਨਾਂ ਦੀ ਮਜਬੂਰੀ ਆ। ਉਹ ਪੰਜਾਬ ਦੀ ਸਰਕਾਰ ਦੇ ਖਿਲਾਫ ਬੋਲ ਕੇ ਉਹਨਾਂ ਨੂੰ ਕੁਝ ਨਿਕਲਣ ਵਾਲਾ ਨਹੀਂ ਹੈਗਾ। ਇਸ ਕਰਕੇ ਬਾਰ-ਬਾਰ ਕੇਂਦਰ ਅਰੇ ਬਈ ਪੰਜਾਬ ਸਰਕਾਰ ਨੇ ਜੇਲ੍ਹ ਅਰੈਸਟ ਕੀਤਾ, ਪੰਜਾਬ ਸਰਕਾਰ ਲੈ ਕੇ ਗਈ, ਉਹਦੇ ਖਿਲਾਫ ਤਾਂ ਤੁਸੀਂ ਬੋਲਣ ਨੂੰ ਤਿਆਰ ਨਹੀਂ। ਹਾਂਜੀ ਅਸੀਂ ਕੇਂਦਰ ਦੇ ਖਿਲਾਫ ਬੋਲਣਾ ਹੈ, ਬੋਲੋ। ਪਰਪਸ ਤੁਹਾਡਾ ਮਸਲਾ ਹੱਲ ਕਰਾਉਣ ਦੇ ਪਰਪਸ ਹੀ ਨਹੀਂ ਹੈਗਾ ਨਾ, ਤੁਹਾਡਾ ਪਰਪਸ ਤੇ ਵਿਰੋਧ ਕਰਨਾ ਹੈ। ਸੱਚਾ ਜੀ, ਪਿਛਲੇ ਦਿਨੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਮੁੱਦਾ ਚਰਚਾ ਦੇ ਵਿੱਚ ਰਿਹਾ ਹੈ। ਕਾਂਗਰਸ ਦੀ ਗੱਲ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਅੰਦਰ ਕਾਫੀ ਘੁਸਰ-ਮੁਸਰ ਚੱਲ ਰਹੀ ਹੈ ਇਸ ਮੁੱਦੇ ਨੂੰ ਲੈ ਕੇ, ਅਤੇ ਸਿੱਖਾਂ ਦੇ ਵਿੱਚ ਵੀ ਸਿੱਖ ਬੁੱਧੀਜੀਵੀ ਵੀ ਇਹਦੇ ਉੱਤੇ ਕਾਫੀ ਟਿੱਪਣੀਆਂ ਕਰ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ MP ਰਾਘਵ ਚੱਡਾ ਜੀ ਦੀ ਜਿਹੜੀ ਮੰਗਣੀ ਸੀਗੀ ਪ੍ਰਨੀਤੀ ਚੋਪੜਾ ਜੀ ਹੋਰਾਂ ਦੇ ਨਾਲ, ਉੱਥੇ ਉਹ ਕਿਉਂ ਗਏ? ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ? ਕੀ ਤੁਸੀਂ ਇਹਦੇ ਬਾਰੇ ਸੋਚਦੇ ਹੋ? ਦੇਖੋ, ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਿੱਜੀ ਫੈਸਲਾ ਹੈ, ਕੋਈ ਉਹਨਾਂ ਦਾ ਗਲਤ ਨਹੀਂ ਕਿਤੇ ਜਾਣਾ। ਇਹ ਉਹਨਾਂ ਤੈਅ ਕਰਨਾ ਜਾਣਾ ਜਾਂ ਨਹੀਂ ਜਾਣਾ। ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਹੈ ਕਿ ਅਵੋਇਡ ਕਰਨਾ ਚਾਹੀਦਾ ਹੈ ਜਿੱਥੇ ਕੋਈ ਇਸ ਤਰ੍ਹਾਂ ਦੀ ਕੰਟਰੋਵਰਸੀ ਹੋ ਸਕਦੀ ਹੋਵੇ। ਲੇਕਿਨ ਕੋਈ ਗੈਰ ਸਿੱਖ ਵੀ ਅਗਰ ਜਥੇਦਾਰ ਨੂੰ ਇਨਵਾਈਟ ਕਰੇਗਾ ਆਪਣੇ ਫੰਕਸ਼ਨ 'ਚ ਔਰ ਜਥੇਦਾਰ ਨਹੀਂ ਜਾਏਗਾ, ਇਹ ਤਾਂ ਕੋਈ ਚੰਗੀ ਗੱਲ ਨਹੀਂ। ਫਿਰ ਆਪਾਂ ਇੱਕ ਪਾਸੇ ਕਹਿੰਦੇ ਹਾਂ ਕਿ ਜਥੇਦਾਰ ਸਾਹਿਬ ਸਿੱਖਾਂ ਨੂੰ ਦੇਸ਼ ਭਰ ਦੁਨੀਆ ਭਰ 'ਚ ਰਿਪਰੈਜ਼ੈਂਟ ਕਰਦੇ ਨੇ, ਗੁਰੂ ਨਾਨਕ ਨਾਮ ਲੇਵਾ ਸੰਗਤ ਉਹਨਾਂ ਦੀ ਗੱਲ ਨੂੰ ਮੰਨੇ। ਅਤੇ ਜੇ ਗੁਰੂ ਨਾਨਕ ਨਾਮ ਲੇਵਾ ਸੰਗਤ ਇੱਕ ਗੈਰ ਸਿੱਖ ਜਿਹੜਾ ਹੈ, ਇੱਕ ਹਿੰਦੂ ਪਰਿਵਾਰ ਜਿਹੜਾ ਹੈ, ਜੇ ਉਹ ਆਪਣੇ ਰੀਤੋ ਰਿਵਾਜ ਧਰਮ ਦੇ ਤੌਰ 'ਤੇ, ਦੇਖੋ ਮੇਰੇ ਤਾਂ ਵਿਰੋਧੀ ਪਾਰਟੀ ਹੈ, ਮੈਂ ਤਾਂ ਉਹਨਾਂ ਦਾ ਕੱਟੜ ਵਿਰੋਧੀ ਹਾਂ, ਮੈਂ ਉਹਨਾਂ ਦੀ ਪਾਲਿਸੀਆਂ ਦਾ ਵਿਰੋਧੀ ਹਾਂ। ਉਹ ਬੇਈਮਾਨ ਨੇ, ਚੋਰ ਨੇ, ਮੈਂ ਤਾਂ ਉਹਨਾਂ ਦਾ ਵਿਰੋਧੀ ਹਾਂ ਡਟ ਕੇ। ਪਰ ਮੈਂ ਵਿਰੋਧ ਦੇ ਨਾਮ 'ਤੇ ਵਿਰੋਧ ਕਰੂੰਗਾ, ਇਹ ਤਾਂ ਕੋਈ ਚੰਗੀ ਗੱਲ ਨਹੀਂ ਹੈਗੀ। ਮੈਂ ਕਹਾਂ ਰਾਘਵ ਚੱਡੇ ਦੀ ਮੰਗਣੀ ਤੇ ਕਿਉਂ ਗਏ, ਰਾਘਵ ਚੱਡਾ ਨੇ ਕੀਰਤਨ ਕਿਉਂ ਕਰਾਇਆ, ਯਾਰ ਇਹ ਤਾਂ ਕੋਈ ਗੱਲ ਨਾ ਹੋਈ। ਇਹ ਤਾਂ ਬਿਲਕੁਲ ਇੱਕ ਇਸ ਤਰ੍ਹਾਂ ਦੀ ਗੱਲ ਹੋ ਗਈ ਕਿ ਜਿਹੜੀ ਗੱਲ ਕਹੀ ਜਾਂਦੀ ਸੀ ਉਪਦੇਸ਼ ਚੌਂ ਵਰਣਨ ਕੋ ਸਾਂਝਾ, ਉਪਦੇਸ਼ ਹੀ ਨੂੰ ਹੀ ਇਹ ਤਾਂ ਸੱਟ ਮਾਰਨ ਵਾਲੀ ਗੱਲ ਹੋ ਗਈ ਨਾ। ਇਹ ਤਾਂ ਗਲਤ ਗੱਲ ਆ। ਮੈਂ ਨਹੀਂ ਮੰਨਦਾ ਕਿ ਅਕਾਲ ਤਖਤ ਦੇ ਜਥੇਦਾਰ ਦਾ ਆਪਣਾ ਫੈਸਲਾ ਹੈ ਕਿ ਉਹ ਜਾਣਾ ਚਾਹੁੰਦੇ ਜਾਂ ਨਹੀਂ ਜਾਣਾ ਚਾਹੁੰਦੇ। ਮੈਂ ਨਹੀਂ ਕਹਿੰਦਾ ਉਹਨੂੰ ਜ਼ਰੂਰ ਜਾਣਾ ਚਾਹੀਦਾ, ਮੈਂ ਨਹੀਂ ਕਹਿੰਦਾ ਉਹਨੂੰ ਨਹੀਂ ਜਾਣਾ ਚਾਹੀਦਾ, ਪਰ ਉਹ ਗਏ ਨੇ, ਉਹ 'ਚ ਕੋਈ ਗਲਤ ਨਹੀਂ। ਤੁਸੀਂ ਪਿਛਲੇ ਦਿਨੀ ਇੰਡੋਨੇਸ਼ੀਆ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨਾਂ ਦਾ ਮਸਲਾ ਹੈ, ਉਹਨਾਂ ਨੂੰ ਉੱਥੇ ਕਤਲ ਦੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ ਹੈ। ਉਹਨਾਂ ਦੇ ਪਰਿਵਾਰ ਕਾਫੀ ਇਨਸਾਫ ਦੀ ਮੰਗ ਕਰ ਰਹੇ ਨੇ, ਉਹਨਾਂ ਦੇ ਪੁੱਤ ਉੱਥੇ ਫਸੇ ਹੋਏ ਨੇ, ਉਹਨਾਂ ਦਾ ਮੁੱਦਾ ਚੁੱਕਿਆ। ਉਹਦੇ ਵਿੱਚ ਹੁਣ ਕੀ ਪ੍ਰੋਗਰੈਸ ਹੈ ਜੀ? ਕੇਂਦਰ ਸਰਕਾਰ ਕਿੱਥੇ ਉਹਦੇ ਵਿੱਚ ਉਹ ਕਰ? ਦੇਖੋ, ਕੇਂਦਰ ਸਰਕਾਰ ਤੇ ਉੱਥੇ ਸਿਰਫ ਆਪਣੀ ਗੱਲ ਨੂੰ ਕਹਿ ਹੀ ਸਕਦੀ ਆ। ਕੱਲ੍ਹ ਅਸੀਂ ਫਿਰ ਵਿਦੇਸ਼ ਮੰਤਰੀ ਤੋਂ ਟਾਈਮ ਮੰਗਿਆ ਹੈ, ਮੋਸਟ ਪ੍ਰੋਬੇਬਲ ਕਿਉਂਕਿ ਬਾਹਰ ਨੇ, ਔਰ MOS ਨੂੰ ਮੈਂ ਕਿਹਾ ਸੀ ਕਿ ਕਦੋਂ ਦਿੱਲੀ ਆਉਂਦੇ, ਮੈਨੂੰ ਸਾਨੂੰ ਟਾਈਮ ਦਿਓ। ਅਸੀਂ ਉਹ ਫੋਲੋ ਅਪ ਕਰਦੇ। ਮੇਰੀ ਉੱਥੇ ਉਹਨਾਂ ਦੇ ਨਾਲ ਵੀ ਗੱਲ ਹੋਈ ਸੀ, ਉੱਥੋਂ ਦੀ ਐਮਬੈਸੀ ਨਾਲ ਵੀ ਗੱਲ ਹੋਈ, ਉਹਨਾਂ ਦੇ ਪਰਿਵਾਰ ਨਾਲ ਮੈਂ ਸੰਪਰਕ 'ਚ ਹਾਂ। ਉਹਨਾਂ ਦੇ ਦੂਜੇ ਬ੍ਰਦਰ ਜਿਹੜੇ ਜਰਮਨ 'ਚ ਨੇ, ਉਹਦਾ ਰੀਅਲ ਬ੍ਰਦਰ, ਮੈਂ ਉਹਦੇ ਵੀ ਸੰਪਰਕ 'ਚ ਹਾਂ, ਅਜੇਪਾਲ ਉਹਨਾਂ ਦੇ। ਅਸੀਂ ਕੋਸ਼ਿਸ਼ 'ਚ ਹਾਂ। ਇੱਕ ਬੜੀ ਤਰਾਸਦੀ ਹੈ ਸਾਡੀ ਕੌਮ ਦੀ, ਤਰਾਸਦੀ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਬੱਚੇ ਇੱਥੋਂ ਛੱਡ ਜਾਣਾ ਚਾਹੁੰਦੇ ਨੇ, ਹਾਲਾਤ ਇਸ ਤਰ੍ਹਾਂ ਦੇ ਨੇ, ਔਰ ਦੂਜੇ ਪਾਸੇ ਏਜੰਟ ਜਿਹੜੇ ਨੇ ਇਹਨੂੰ ਐਕਸਪਲੋਇਟ ਕਰਦੇ ਪਏ ਨੇ, ਔਰ ਸਰਕਾਰ ਇਹਦੇ 'ਤੇ ਕੋਈ ਕਾਰਵਾਈ ਨਹੀਂ ਕਰ ਪਾ ਰਹੀ। ਹੁਣ ਤੁਸੀਂ ਦੇਖੋ, ਉਹ ਵਿਟਨੈਸ ਉਹ ਬੰਦਾ ਬਣਿਆ ਹੈ ਜਿਸ ਬੰਦੇ ਨੇ ਇਹਨਾਂ ਨੂੰ ਬਲੈਕਮੇਲ ਕੀਤਾ, ਉੱਥੇ ਬੰਨ੍ਹ ਕੇ ਕੁੱਟਦਾ ਸੀ, ਮਾਂ-ਬਾਪ ਤੋਂ ਫੋਨ ਕਰਾਉਂਦਾ ਸੀ ਵੀ ਅਸੀਂ ਬਾਰਡਰ ਪਾਰ ਕਰਨ ਵਾਲੇ ਪੈਸੇ ਦੇ ਦਿਓ ਉਹਨਾਂ ਨੂੰ 35-35 ਲੱਖ। ਉਹੀ ਬੰਦਾ ਹੁਣ ਗਵਾਹ ਬਣ ਗਿਆ ਉਸ ਕਤਲ ਦਾ, ਜਦੋਂ ਕਿ ਇਹਨਾਂ ਨੇ ਕੋਈ ਕਤਲ ਕੀਤਾ ਨਹੀਂ। ਇਹ ਤਾਂ ਆਪਣੀ ਜਾਨ ਛੁਡਾ ਕੇ ਭੱਜੇ, ਇਹਨੂੰ ਤਾਂ ਮਾਰਿਆ ਜਾ ਰਿਹਾ ਸੀ। ਇਹਨਾਂ ਨੂੰ ਸਮਝ ਆ ਗਈ ਕਿ ਜਦੋਂ ਸਾਡੇ ਮਾਂ-ਬਾਪ ਨੇ 35-35 ਲੱਖ ਦੋਵਾਂ ਭਰਾਵਾਂ ਦਾ ਦੇ ਦੇਣਾ, ਉਹ ਤੋਂ ਬਾਅਦ ਇਹਨੂੰ ਸਾਨੂੰ ਮਾਰ ਦੇਣਾ। ਇਹ ਤਾਂ ਆਪਣੀ ਜਾਨ ਛੁਡਾ ਕੇ ਭੱਜੇ ਨੇ, ਔਰ ਉਸ ਤੋਂ ਬਾਅਦ ਉਹੀ ਹੁਣ ਜਿਹੜਾ ਏਜੰਟ ਗਵਾਹ ਬਣ ਕੇ ਤੇ ਇਹਨਾਂ ਨੂੰ ਸਜ਼ਾਏ ਮੌਤ ਦੀ ਪਿੱਛੇ ਲੱਗੇ ਹੋਏ ਨੇ। ਅਸੀਂ ਲੱਗੇ ਹਾਂ, ਮੈਨੂੰ ਉਮੀਦ ਆ ਇਹਦੇ ਅੰਦਰ ਅਸੀਂ ਚੰਗੇ ਰਿਜ਼ਲਟ ਲਿਆਉਣ ਦੀ ਮੈਂ ਕੋਸ਼ਿਸ਼ 'ਚ। ਸਿਰਸਾ ਜੀ, ਦਿੱਲੀ ਦੀ ਸਿਆਸਤ ਦੇ ਵਿੱਚ ਤੁਸੀਂ ਕਾਫੀ ਸਰਗਰਮ ਰਹੇ ਪਿਛਲੇ ਸਮੇਂ ਦੇ ਦੌਰਾਨ, ਚਾਹੇ ਉਹ ਸ਼੍ਰੋਮਣੀ ਕਮੇਟੀ ਦੀ ਗੱਲ ਹੋਵੇ, ਪਰ ਅਕਾਲੀ ਦਲ ਦੇ ਅੰਦਰ ਤੇ ਬਾਹਰ ਅਕਾਲੀ ਦਲ ਦੇ ਜਿਹੜੇ ਵਿਰੋਧੀ ਸੀ, ਸਰਨਾ ਭਰਾ ਹੋਰਾਂ ਦੀ ਗੱਲ ਕਰੀਏ, ਚਾਹੇ ਮਨਜੀਤ ਸਿੰਘ ਜੀਕੇ ਹੋਰਾਂ ਦਾ ਵਿਰੋਧ ਸੀ ਜਾਂ ਹੋਰ ਆਗੂ ਸੀਗੇ, ਅੱਜ ਬਹੁਤੇ ਆਗੂ, ਸਰਨਾ ਭਰਾ ਵੀ ਸੁਖਬੀਰ ਸਿੰਘ ਬਾਦਲ ਦੇ ਹੋਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦੇ ਵਿੱਚ ਚਲੇ ਗਏ ਨੇ। ਭਾਰੀ ਵਿਰੋਧ ਹੁੰਦਾ ਸੀ, ਇੱਟ ਖੜਕੇ ਦਾ ਬੈਰ ਹੁੰਦਾ ਸੀ। ਇਹ ਕਿਵੇਂ ਸੰਭਵ ਹੋ ਗਿਆ ਕਿ ਮਨਜਿੰਦਰ ਸਿੰਘ ਸਰਸਾ ਨੂੰ ਦੇ ਖਿਲਾਫ ਇੱਕ ਮੁਹਿੰਮ ਸੀ? ਬਸ ਇਹ ਤੁਸੀਂ ਬੋਲ ਹੀ ਦਿੱਤਾ, ਆਪ ਹੀ ਬੋਲ ਦਿੱਤਾ। ਉਹਨਾਂ ਦਾ ਪਰਪਸ ਕੋਈ ਕਦੇ ਵੀ ਕੌਮ ਨਾਲ ਕੋਈ ਇਸ਼ੂ ਉਹਨਾਂ ਦਾ ਪਰਪਸ ਨਹੀਂ ਸੀ। ਮੈਂ ਤਾਂ ਹਾਲਾਂਕਿ ਕਦੀ ਬੋਲਦਾ ਹੀ ਨਹੀਂ ਉਹਨਾਂ ਦੇ ਉੱਤੇ ਮੁੱਦਿਆਂ 'ਤੇ, ਪਰ ਉਹਨਾਂ ਦੀ ਕੋਈ ਲੜਾਈ ਕੌਮ ਦੀ ਨਾ ਸੀ, ਨਾ ਹੈਗੀ, ਨਾ ਹੋਣੀ ਆ। ਅੱਜ ਸਿੱਖ ਕੌਮ ਨੂੰ ਦੇਖਣਾ ਚਾਹੀਦਾ ਕਿ ਜਿਹੜੇ ਲੋਕ ਕੱਲ੍ਹ ਤੱਕ ਇਸ ਤਰ੍ਹਾਂ ਗਾਲਾਂ ਕੱਢਦੇ ਸੀ, ਇੰਨੀ ਬਦਤਮੀਜ਼ੀ ਬੋਲਦੇ ਸੀ, ਇੰਨਾ ਪਰਿਵਾਰ ਨੂੰ ਐਸੇ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਮਕਾਨੇ ਨਹੀਂ ਜਾਣਾ, ਐਗਜ਼ੈਕਟ ਵਰਡ ਕਹਿ ਰਿਹਾ, ਮੇਰਾ ਨਹੀਂ, ਐਗਜ਼ੈਕਟ ਵਰਡ ਸੀ ਉਹਨਾਂ ਦਾ, ਅਸੀਂ ਉਹਨਾਂ ਦੇ ਮਕਾਨੇ ਨਹੀਂ ਜਾਂਦੇ। ਇਹ ਅਸੀਂ ਲੋਕ ਕੀ ਹੋਇਆ, ਸੱਤਾ ਦੀ ਹਾਸਲੀ ਵਾਸਤੇ ਕਿਸੇ ਤਰੀਕੇ ਅਸੀਂ ਹਾਸ਼ੀਏ 'ਤੇ ਆ ਗਏ ਹਾਂ, ਕਿਸੇ ਤਰੀਕੇ ਸਾਡਾ ਜਿਹੜਾ ਵਜੂਦ ਵਾਪਸ ਖੜਾ ਹੋ ਜਾਏ। ਇਸ ਕਰਕੇ ਉਹ ਲੋਕਾਂ ਨੇ ਜਿਹੜੇ -0 ਨਾਲ ਜਾ ਕੇ ਮਿਲੇਗਾ ਅਤੇ ਉਹ 'ਚ ਕੋਈ +1 ਨਹੀਂ ਹੋਣ ਵਾਲਾ, ਉਹ ਮਾਈਨਸ ਹੀ ਰਹਿਣਾ। ਉਹ ਵੀ -0 ਨੇ, ਇਹ ਵੀ -0 ਨੇ, ਇਕੱਠੇ ਹੋ ਜਾਣ ਕੋਈ ਫਰਕ ਨਹੀਂ ਪੈਣ ਵਾਲਾ।
ਸਿਰਸਾ ਜੀ, ਦੇਸ਼ ਦੇ ਵਿੱਚ ਵੱਖਰੀਆਂ ਸ਼੍ਰੋਮਣੀ ਕਮੇਟੀਆਂ ਬਣਨ ਲੱਗੀਆਂ ਨੇ ਵੱਖ-ਵੱਖ ਸਟੇਟਾਂ ਦੇ ਵਿੱਚ। ਹਰਿਆਣੇ ਦੇ ਵਿੱਚ ਵੱਖਰੀ ਸ਼੍ਰੋਮਣੀ ਕਮੇਟੀ ਬਣ ਗਈ ਹੈ। ਅਕਾਲੀ ਦਲ ਦੋਸ਼ ਲਾਉਂਦਾ ਹੈ ਕਿ ਐਜੀਪੀਸੀ ਵੀ ਇਹ ਕਹਿੰਦੀ ਹੈ ਕਿ ਕੇਂਦਰ ਦੀ ਸਰਕਾਰ, ਮੋਦੀ ਸਰਕਾਰ ਜਾਣਬੁੱਝ ਕੇ ਸਿੱਖਾਂ ਨੂੰ ਵੰਡ ਰਹੀ ਹੈ, ਸਿੱਖਾਂ ਦੀ ਸ਼ਕਤੀ ਨੂੰ ਤੋੜ ਰਹੀ ਹੈ। ਵਿਰੋਧੀ ਲਗਾਤਾਰ ਇਹ ਨਿਸ਼ਾਨਾ ਲਾਉਂਦੇ ਨੇ। ਕੀ ਲੋੜ ਪੈ ਗਈ ਇਹਦੇ ਵਿੱਚ? ਕੀ ਦੋਸ਼ ਆ? ਕੀ ਐਕਟ ਵੱਖਰਾ ਸੀਗਾ ਜਿਹੜਾ, ਉਸ ਐਕਟ ਨੂੰ ਕਿਉਂ ਨਹੀਂ ਅੱਜ ਤੱਕ ਹੋਇਆ? ਕਿੱਥੇ ਸਿਆਸਤ ਰਹੀ ਇਹ ਸਿਆਸਤ ਹੀ ਕਰ ਰਹੇ ਨੇ, ਹੋਰ ਤੇ ਕੁਝ ਨਹੀਂ। ਜੇ ਇਹ ਸਿਆਸਤ ਨਾ ਹੋਵੇ, ਬੜੀ ਸਿੰਪਲ ਗੱਲ ਆ। ਦਿੱਲੀ ਵੱਖਰੀ ਸਟੇਟ ਆ, ਦਿੱਲੀ ਦੀ ਵੱਖਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ। ਬਿਹਾਰ ਵੱਖਰੀ ਸਟੇਟ ਆ, ਉੱਥੋਂ ਦਾ ਵੱਖਰੀ ਪਟਨਾ ਸਾਹਿਬ ਕਮੇਟੀ ਆ। ਮਹਾਰਾਸ਼ਟਰ ਵੱਖਰਾ ਸਟੇਟ ਆ, ਉੱਥੋਂ ਦੀ ਵੱਖਰੀ ਹਜੂਰ ਸਾਹਿਬ ਕਮੇਟੀ ਆ। ਹਰਿਆਣਾ ਵੱਖਰਾ ਸਟੇਟ ਬਣ ਗਿਆ, ਉਹਨਾਂ ਦੀ ਵੱਖਰੀ ਕਮੇਟੀ ਬਣਨੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸ਼੍ਰੋਮਣੀ ਕਮੇਟੀ ਆ, ਲੇਕਿਨ ਉਹ ਸਿਆਸਤ ਵਾਸਤੇ ਰਹਿ ਗਈ ਹੁਣ ਖਾਲੀ। ਜੇਕਰ ਖੁਦ ਇਹਨਾਂ ਨੇ ਕਮੇਟੀ ਬਣਾਉਣੀ ਸੀ ਦਿੱਲੀ ਦੀ, ਜਦੋਂ ਇਹਨਾਂ ਨੇ ਖੁਦ ਐਕਟ ਬਣਵਾਇਆ, ਜੇਕਰ ਸ਼੍ਰੋਮਣੀ ਕਮੇਟੀ ਦੀ ਗੱਲ ਹੁੰਦੀ ਤਾਂ ਫਿਰ ਉਦੋਂ ਹੀ ਕਹਿੰਦੇ ਕਿ ਸਾਨੂੰ ਤਾਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਨਹੀਂ ਹੋਣੀ ਚਾਹੀਦੀ। ਇਹ ਤੇ ਬਾਦਲ ਸਾਹਿਬ ਨੇ ਖੁਦ ਬਣਵਾਇਆ ਸੀ। ਮੈਂ ਉਹਨਾਂ ਦੀ ਬਹੁਤ ਵੱਡੀ ਉਪਲਬਧੀ ਮੰਨਦਾ। ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਇਹ ਬਹੁਤ ਵੱਡੀ ਦਿੱਲੀ ਦੇ ਸਿੱਖਾਂ ਨੂੰ ਦੇਣ ਮੰਨਦਾ ਹੈ ਕਿ ਉਹਨਾਂ ਨੇ ਇੰਨੀ ਲੰਬੀ ਲੜਾਈ ਲੜ ਕੇ ਸਾਨੂੰ ਇਹ ਆਪਣੇ ਗੁਰੂ ਘਰਾਂ ਨੂੰ ਸੰਭਾਲਣ ਦਾ ਮੌਕਾ ਦਿੱਤਾ। ਅਗਰ ਮੈਂ ਵੀ ਇਸ ਕਮੇਟੀ ਦਾ ਪ੍ਰਧਾਨ ਰਿਹਾ ਤਾਂ ਇਸੇ ਕਰਕੇ ਰਿਹਾ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੜਾਈ ਲੜ ਕੇ ਸਾਨੂੰ ਕਮੇਟੀ ਲੈ ਕੇ ਦਿੱਤੀ। ਲੇਕਿਨ ਉਹਨਾਂ ਦੇ ਕੋਲ ਵੀ ਤਾਂ ਵਿਜ਼ਨ ਸੀ। ਉਸ ਵੇਲੇ ਵੀ ਕਹਿ ਸਕਦੇ ਸੀ ਸ਼੍ਰੋਮਣੀ ਕਮੇਟੀ ਦੇ ਨਾਲ ਹੋਣਾ ਚਾਹੀਦਾ, ਨਹੀਂ ਹੋ ਸਕਦਾ ਸੀ। ਹੁਣ ਕਿਉਂਕਿ ਹਰਿਆਣਾ ਸਟੇਟ ਇੱਕ ਵੱਖਰਾ ਬਣ ਗਿਆ, ਉਹਨਾਂ ਦੀ ਇੱਕ ਵੱਖਰੀ ਤਾਕਤ ਹੋਣੀ ਚਾਹੀਦੀ ਔਰ ਹੋਣੀ ਵੀ ਚਾਹੀਦੀ ਆ। ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਕਤ ਘਟੇ ਨਾ, ਮੈਂ ਤਾਂ ਕਹਿੰਦਾ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਲ ਇੰਡੀਆ ਐਕਟ 'ਚ ਹੋਣੀ ਚਾਹੀਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਰੈਜ਼ੋਲੂਸ਼ਨ ਪਾਸ ਕਰਨਾ ਚਾਹੀਦਾ ਹੈ ਕਿ ਸਾਡੀ ਕਮੇਟੀ ਅੰਦਰ ਦਿੱਲੀ ਕਮੇਟੀ ਤੋਂ ਵੀ ਮੈਂਬਰ ਰਹੂਗਾ, ਅਸੀਂ ਚੁਣਾਂਗੇ। ਅਸੀਂ ਆਪਣਾ ਨੁਮਾਇੰਦਾ ਜਿਹੜਾ ਬੁਲਾ ਕੇ ਇੱਥੋਂ ਹਰਿਆਣਾ ਕਮੇਟੀ 'ਚੋਂ ਵੀ ਲਵਾਂਗੇ, ਅਸੀਂ ਹਜੂਰ ਸਾਹਿਬ ਕਮੇਟੀ 'ਚੋਂ ਵੀ ਲਵਾਂਗੇ। ਅਸੀਂ ਦਿੱਲੀ ਦੇਸ਼ ਦੀ ਵੱਡੀ ਕਮੇਟੀ, ਮੈਂ ਤਾਂ ਮੰਨਦਾ ਹੋਣੀ ਚਾਹੀਦੀ ਹੈ। ਮੈਂ ਤਾਂ ਅੱਜ ਵੀ ਉਹਨਾਂ ਨੂੰ ਇੱਕ ਟਵੀਟ ਕਰਕੇ ਕਿਹਾ ਕਿ ਤੁਸੀਂ ਰੋਜ਼ ਪੋਲੀਟੀਕਲ ਸਟੇਟਮੈਂਟ ਕੰਮਾਂ 'ਚ ਕਿਉਂ ਉਲਝ ਜਾਂਦੇ ਜੇ। ਮੈਂ ਅੱਜ ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਕੋਲ ਆ, ਠੀਕ, ਪਰ ਮੈਂ ਮੰਨਦਾ ਕਿ ਸ਼੍ਰੋਮਣੀ ਕਮੇਟੀ ਸਾਡੇ ਲਈ ਸੁਪਰੀਮ ਆ। ਮੈਂ ਉਹਨਾਂ ਦੀ ਹਰ ਗੱਲ ਨੂੰ ਆਪਣੀ ਮੰਨਦਾ ਕਿ ਉਹਨਾਂ ਦਾ ਹੁਕਮ ਸਾਡੇ 'ਤੇ ਵੀ ਲਾਗੂ ਹੁੰਦਾ, ਮੈਂ ਸਿੱਖ ਹੋਣ ਦੇ ਨਾਤੇ, ਠੀਕ ਆ। ਲੇਕਿਨ ਜਦੋਂ ਉਹ ਪੋਲੀਟੀਕਲ ਕੰਮ ਕਰਨ ਲੱਗ ਪੈਂਦੇ ਨੇ, ਪੋਲੀਟੀਕਲ ਸਟੇਟਮੈਂਟਾਂ ਦੇਣ ਲੱਗ ਪੈਂਦੇ ਨੇ, ਉਹ ਇਹ ਤੈਅ ਕਰਦੇ ਨੇ ਕਿ ਜਿਹੜੀ ਗੱਲ ਇੱਕ ਅਕਾਲੀ ਦਲ ਨੂੰ ਚਾਹੀਦੀ ਹੈ ਬਸ ਉਹੀ ਬੋਲਣੀ ਆ, ਜਿਹੜੀ ਉਹਨਾਂ ਦੇ ਹੱਕ 'ਚ ਉਹ ਬੋਲਣੀ ਹੈ, ਜਿਹੜੀ ਉਹਨਾਂ ਦੇ ਵਿਰੋਧ 'ਚ ਉਹ 'ਤੇ ਬੋਲਣਾ ਹੀ ਕੁਛ ਨਹੀਂ। ਹੁਣ ਉਹ ਕਹਿ ਰਹੇ ਅਸੀਂ ਦਿੱਲੀ ਜੀ ਵਿਰੋਧ ਕਰਨ ਆਉਣਾ ਹੈ ਜੀ ਸਰਕਾਰ ਦਾ, ਕਿਸਾਨ ਉਹਨਾਂ ਦੇ ਹੱਕ 'ਚ ਆਉਣਾ ਪਹਿਲਵਾਨਾਂ ਦੇ। ਅਰੇ ਬਈ ਗੱਲ ਸੁਣੋ, ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਵਾਸਤੇ ਦੋਸ਼ਾਂ ਦੇ ਚੱਲਦੇ ਅੱਜ ਤੱਕ ਦੇ ਇੰਨੇ ਵੱਡੇ ਮੁਜ਼ਾਹਰੇ ਹੋ ਰਹੇ ਨੇ, ਉੱਥੇ ਪ੍ਰੋਟੈਸਟ ਹੁੰਦੇ ਨੇ, ਇੰਨੇ ਸਾਲ ਹੋ ਗਏ, ਉੱਥੇ ਤਾਂ ਤੁਸੀਂ ਗਏ ਨਹੀਂ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਖਿਲਾਫ ਨਾਅਰੇ ਪ੍ਰਦਰਸ਼ਨ ਹੋ ਰਹੇ ਨੇ ਜਾਂ ਉੱਥੇ ਮੋਰਚਾ ਲਾ ਕੇ ਬੈਠੇ, ਉਹਦੇ 'ਚ ਤੁਸੀਂ ਜਾਂਦੇ ਨਹੀਂ। ਜਿੱਥੇ ਬੇਕਸੂਰ ਲੋਕਾਂ ਨੂੰ ਮਾਰਨ ਦੇ ਵਾਸਤੇ, ਪਾਠਕਾਰ ਦੀ ਗੋਲੀ ਚਲਾਉਣ ਵਾਸਤੇ ਮੋਰਚਾ ਲਗਾ, ਉਹਦੇ 'ਚ ਤੁਸੀਂ ਜਾਂਦੇ ਨਹੀਂ। ਬਿਨਾਂ ਗੱਲ ਦੇ ਪੋਲੀਟੀਕਲ ਕੰਮਾਂ 'ਚ ਆ ਕੇ ਉਲਝ ਕੇ ਆਪਣੇ ਆਪ ਨੂੰ ਵੀ ਛੋਟਾ ਕਰਦੇ ਜੇ, ਕਿਉਂਕਿ ਅੱਜ ਅਕਾਲੀ ਦਲ ਨੂੰ ਸੂਟ ਕਰਦਾ ਕਿ ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰਾਉਣਾ ਹੈ, ਅਤੇ ਉਹਦੇ ਵਾਸਤੇ ਹਰ ਚੀਜ਼ ਨੂੰ ਇਸਤੇਮਾਲ ਕਰ ਰਹੇ ਨੇ। ਇਹ ਤਾਂ ਗਲਤ ਹੈ ਨਾ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਚੀਜ਼ਾਂ ਤੋਂ ਪਰਾਂ ਰਹਿਣਾ ਚਾਹੀਦਾ ਹੈ। ਸਰ ਜੀ, ਆਖਰੀ ਸਵਾਲ ਆ, ਕੇਂਦਰ ਦੀ ਸਰਕਾਰ ਅਕਸਰ ਇਹ ਜਿਹੜੀ ਟਕਰਾਅ ਹੈ ਦਿੱਲੀ ਦੇ ਵਿੱਚ, ਜਿਹੜਾ ਇਸ਼ੂ ਚੱਲ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਅਧਿਕਾਰ ਸੀਗੇ ਦਿੱਲੀ ਦੇ ਵਿੱਚ ਬਦਲੀਆਂ ਦੇ, ਉਹ ਕੇਜਰੀਵਾਲ ਸਾਹਿਬ ਨੂੰ ਦਿੱਤੇ ਸੀ। ਹੁਣ ਆਰਡੀਨੈਂਸ ਲਿਆ ਕੇ ਉਹ ਕਹਿੰਦੇ ਸਾਡੇ ਅਧਿਕਾਰ ਫੇਰ ਦੱਬਦੇ ਨੇ, ਫੈਡਰਲ ਢਾਂਚੇ 'ਤੇ ਫੇਰ ਖਤਰਾ ਹੈ। ਇਹ ਕੇਂਦਰ ਦੀ ਸਰਕਾਰ ਨੂੰ ਕੀ ਲੋੜ ਪੈ ਗਈ? ਇਹ ਕਿਉਂ ਲੋੜ ਨਹੀਂ ਪੈ ਗਈ? ਤੇ ਅਗਰ ਕੇਜਰੀਵਾਲ ਝੂਠ ਔਰ ਬੇਈਮਾਨੀ ਦਾ ਉਹਨੇ ਲਾਇਸੈਂਸ ਲੈ ਰੱਖਿਆ, ਮਤਲਬ ਇਹ ਥੋੜਾ ਕਿ ਸਾਰੇ ਚੁੱਪ ਰਹਿਣਗੇ। ਕਹਿੰਦੇ ਕੱਟੜ ਇਮਾਨਦਾਰ ਸਰਕਾਰ ਆ ਸਾਡੀ। ਠੀਕ ਆ, ਕੱਟੜ ਬੇਈਮਾਨ ਆ, ਉਹ ਵਰਡ ਬਦਲ ਗਏ ਨੇ, ਹੋਰ ਕੁਝ ਫਰਕ ਨਹੀਂ ਹੈਗਾ। ਉਹ ਇੱਕ ਬਹਿਰੂਪੀਆ ਆਦਮੀ ਨੇ ਅਰਵਿੰਦ ਕੇਜਰੀਵਾਲ, ਸੱਤਾ ਲੈਣ ਵਾਸਤੇ ਉਹਨੇ ਲੋਕਾਂ ਨੂੰ ਠੱਗਿਆ। ਆਹੀ ਹੁਣ ਗੱਡੀਆਂ ਲੈ ਕੇ ਭਗਵੰਤ ਮਾਨ ਜੀ ਘੁੰਮਦੇ ਨੇ, ਉਹੀ ਸੋਨੇ ਦੀਆਂ ਗੱਲਾਂ ਹੁਣ ਉੱਥੇ ਹੁੰਦੀਆਂ ਪਈਆਂ ਨੇ। ਇਹੀ ਅਰਵਿੰਦ ਕੇਜਰੀਵਾਲ ਜੀ 45 ਕਰੋੜ ਦਾ ਘਰ ਹੁਣ ਇਹਨਾਂ ਨੇ ਬਣਾ ਕੇ ਹਟੇ ਨੇ। ਉਹੀ ਸਰਕਾਰੀ ਗੱਡੀ 'ਚ, ਲਾਲ ਬੱਤੀ ਵਾਲੀ ਗੱਡੀ 'ਚ ਉਦੋਂ ਰਾਘਵ ਚੱਡੇ ਦੇ ਫੰਕਸ਼ਨ 'ਚ ਗਏ, ਵੀਡੀਓ ਕੱਢ ਕੇ ਦੇਖ ਲਿਓ ਜੀ, ਵੀਡੀਓ ਕੱਢ ਕੇ ਦੇਖ ਲਿਓ। ਅਰਵਿੰਦ ਕੇਜਰੀਵਾਲ ਜੀ, ਮੈਂ ਫਿਰ ਕਹਿੰਦਾ, ਲਾਲ ਬੱਤੀ ਲੱਗੀ ਵਾਲੀ ਗੱਡੀ 'ਚ ਹੀ ਬਹਿ ਕੇ ਰਾਘਵ ਚੱਡੇ ਦੇ ਫੰਕਸ਼ਨ 'ਚ ਗਏ ਆ। ਅੱਗੇ ਪਿੱਛੇ ਉਹੀ ਸਿਕਿਉਰਟੀਆਂ ਚੱਲਦੀਆਂ ਪਈਆਂ ਨੇ। ਹੁਣ ਆਪਾਂ ਦਿੱਲੀ ਦੀ ਗੱਲ ਕਰੀਏ। ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਰੀਜਨ ਹੈ, ਦਿੱਲੀ ਸਟੇਟ ਨਹੀਂ ਹੈਗਾ। ਦਿੱਲੀ ਦਾ ਨਾਮ ਕੀ ਹੈ? ਦਿੱਲੀ ਦਾ ਨਾਮ ਦਿੱਲੀ ਨਹੀਂ ਹੈਗਾ। ਤੁਹਾਡੀ ਜਾਣਕਾਰੀ ਵਾਸਤੇ ਅੱਜ ਮੈਂ ਤੁਹਾਨੂੰ ਦੱਸਾਂ, ਮਾਨਸ਼ਈਆ ਸਾਹਿਬ, ਸ਼ਾਇਦ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੋਊਗੀ, ਮੈਂ ਯਕੀਨੀ ਤੌਰ 'ਤੇ ਕਹਿ ਸਕਦਾ ਨਹੀਂ ਹੋਊਗੀ, ਕਿਉਂਕਿ ਤੁਸੀਂ ਉੱਥੋਂ ਦਾ ਸਿਸਟਮ ਦੇਖਦੇ ਜੀ। ਇਹਦਾ ਨਾਮ ਕੀ ਆ? ਇਹਦਾ ਨਾਮ ਹੈਗਾ ਜੀ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ, ਠੀਕ ਆ। ਕਿਉਂ ਇਹਦਾ ਨਾਮ? ਕਿਉਂਕਿ ਇਹ ਸਟੇਟ ਨਹੀਂ ਖਾਲੀ, ਇਹ ਦੇਸ਼ ਦੀ ਰਾਜਧਾਨੀ ਆ। ਔਰ ਦੇਸ਼ ਦੀ ਸਰਕਾਰ ਜਿਹੜੀ ਆ, ਇਹ ਜਦੋਂ ਸੰਵਿਧਾਨ ਬਣਾਇਆ ਗਿਆ ਉਦੋਂ ਸਰਕਾਰ ਨੇ ਅਧਿਕਾਰ ਦਿੱਤਾ ਕਿ ਦੇਸ਼ ਦੀ ਸਰਕਾਰ ਦੀ, ਦੇਸ਼ ਦੀ ਰਾਜਧਾਨੀ ਆ, ਇਹਦੀ ਟਰਾਂਸਫਰ ਪੋਸਟਿੰਗ ਦੇਸ਼ ਦੀ ਸਰਕਾਰ ਕੋਲ ਰਹੂਗੀ।
ਇਸੇ ਢਾਂਚੇ ਦੇ ਤਹਿਤ ਸ਼ੀਲਾ ਦੀਕਸ਼ਿਤ ਜੀ ਦੀ 15 ਸਾਲ ਸਰਕਾਰ ਚੱਲੀ। ਇਸੇ ਢਾਂਚੇ ਦੇ ਤਹਿਤ ਸਾਹਿਬ ਸਿੰਘ ਵਰਮਾ ਮੁੱਖ ਮੰਤਰੀ ਰਹੇ, ਮਦਨ ਲਾਲ ਖੁਰਾਣਾ ਮੁੱਖ ਮੰਤਰੀ ਰਹੇ, ਜੈ ਪ੍ਰਕਾਸ਼ ਮੁੱਖ ਮੰਤਰੀ ਰਹੇ। ਅਲੱਗ-ਅਲੱਗ ਲੋਕ ਅਲੱਗ-ਅਲੱਗ ਪਾਰਟੀਆਂ ਤੋਂ ਇਸੇ ਢਾਂਚੇ 'ਚ ਰਹੇ। ਹੁਣ ਸੁਪਰੀਮ ਕੋਰਟ ਕੋਲ ਕੇਸ ਸੀ। ਸੁਪਰੀਮ ਕੋਰਟ ਨੇ ਇਹ ਕਿਹਾ ਇਹਦੇ ਅੰਦਰ ਕਲੈਰਿਟੀ ਨਹੀਂ ਹੈਗੀ। ਸੁਪਰੀਮ ਕੋਰਟ ਨੇ ਆਪਣੀ ਜਜਮੈਂਟ ਦੇਣ ਲੱਗਿਆ ਕਿਹਾ, 5 ਬੈਂਚ ਨੇ, ਇਹ 'ਚ ਕਲੈਰਿਟੀ ਨਹੀਂ ਹੈਗੀ, ਇਹਦੇ ਤੇ ਕਾਨੂੰਨ ਬਣਨਾ ਚਾਹੀਦਾ। ਇਹ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਤੁਹਾਡੇ ਕਲੈਰਿਟੀ ਨਹੀਂ ਹੈਗੀ, ਔਰ ਇਹ ਕਿਹਾ ਕਿ ਇਹਦੇ ਤੇ ਕਾਨੂੰਨ ਬਣਨਾ ਚਾਹੀਦਾ, ਔਰ ਤਾਂ ਤੱਕ ਇਹਨਾਂ ਨੂੰ ਕਿਹਾ ਕਿ ਟਰਾਂਸਫਰ ਪੋਸਟਿੰਗ ਜਿਹੜੀ ਆ ਉਹ ਦਿੱਲੀ ਸਰਕਾਰ ਦੇਖੂਗੀ। ਤਾਂ ਉਹਨਾਂ ਨੇ ਕਾਨੂੰਨ ਬਣਾਉਣ ਵਾਸਤੇ ਆਰਡੀਨੈਂਸ ਲਿਆਂਦਾ, ਕਿਉਂਕਿ ਕਦੇ ਨਹੀਂ ਹੋ ਸਕਦਾ ਕਿ ਦਿੱਲੀ ਦੀ ਰਾਜਧਾਨੀ ਹੋਵੇ, ਦੇਸ਼ ਦੀ ਰਾਜਧਾਨੀ ਦਿੱਲੀ ਹੋਵੇ, ਉੱਥੇ ਤੁਸੀਂ ਸਰਕਾਰ ਦੇ ਹਕੂਕ ਜਿਹੜੇ ਨੇ ਉਹ ਕਿਸੇ ਕੋਲ ਹੋਣ। ਮੰਨ ਲਓ ਮੈਂ ਇੱਕ ਤੁਹਾਨੂੰ ਸਿਚੁਏਸ਼ਨ ਦੱਸਾਂ, ਹੋਈਆਂ ਨੇ, ਮੈਂ ਮੰਨ ਲਓ ਵੀ ਨਹੀਂ, ਮੈਂ ਹੋਈਆਂ ਸਿਚੁਏਸ਼ਨ ਦੱਸਦਾ। ਅਰਵਿੰਦ ਕੇਜਰੀਵਾਲ ਜੀ 26 ਜਨਵਰੀ ਤੋਂ ਲਾਲ ਕਿਲ੍ਹੇ ਤੇ ਜਾ ਕੇ ਇੰਡੀਆ ਗੇਟ ਤੇ ਧਰਨੇ ਤੇ ਬਹਿ ਗਏ ਸੀਗੇ, ਯਾਦ ਆ ਤੁਹਾਨੂੰ? ਹੁਣ ਸੋਚ ਕੇ ਦੇਖੋ ਕਿ ਫੈਡਰਲ ਗਵਰਨਮੈਂਟ ਤੋਂ ਕਿਸੇ ਹੋਰ ਸਟੇਟ ਦੀ ਗਵਰਨਮੈਂਟ ਦਾ ਮੁਖੀਆ ਇੱਥੇ ਆ ਰਿਹਾ ਹੈ ਔਰ ਅਰਵਿੰਦ ਕੇਜਰੀਵਾਲ ਕਹ ਰਿਹਾ ਮੈਂ ਤਾਂ ਆਉਣ ਨਹੀਂ ਦਊਂਗਾ ਜੀ, ਹਮ ਤਾਂ ਨਹੀਂ ਕरेंगे ਜੀ, ਹमें तो नहीं करना जी। तो कौन जवाब देगा जी उस वेले? देश के अंदर कभी भी देश की राजधानी का कानून कायदा जिहड़ा सीगा वो कभी भी स्टेट गवर्नमेंट को नहीं सी, इस करके ना ही कभी स्टेट गवर्नमेंट को आऊगा। हाँ, जदों अरविंद केजरीवाल जी ने 2013 2015 और 2019 3 इलैक्शनां लड़ियां जी, उन्हां इलैक्शनां के दौरान जिस स्टेटस इलैक्शनां लड़ियां सी, अगर उहदे च बदलाव आया तो आपां कह सकते गलत होया। जदों तुसीं वोट भी इसे चीज़ की मंगी सी, हुण फिर क्यों रौला पा रहे जी? ਸਿਰਸਾ ਜੀ, ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਹੈ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ। ਉਹ ਕਹਿੰਦੇ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ, 1 ਸਾਲ ਦਮਦਾਰ ਰਿਹਾ ਸਾਡਾ, ਬਿਜਲੀ ਮਾਫ ਕਰਤੀ ਅਸੀਂ, ਪ੍ਰਸ਼ਾਸਨ ਸਿਸਟਮ ਠੀਕ ਕਰਤਾ, ਵੱਡੀਆਂ ਗਿਣਤੀ 'ਚ ਰੁਜ਼ਗਾਰ ਦੇ ਰਹੇ ਨੌਜਵਾਨਾਂ ਨੂੰ। ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਉਹਨਾਂ ਦੀ ਕਾਰਗੁਜ਼ਾਰੀ ਦੇ ਵਾਸਤੇ ਮੈਂ ਤੁਹਾਡੇ ਪ੍ਰਾਈਮ ਏਸ਼ੀਆ ਨੂੰ ਬੜੇ ਇੱਕ ਸੰਖੇਪ 'ਚ ਉਹਨਾਂ ਦਾ ਦੱਸਦਾ ਕਿ ਕੀ ਆ। ਇਹ ਅਮਰੀਕਨ ਮਾਡਲ ਆ, ਅਮਰੀਕਾ ਇਹੀ ਕਰਦਾ ਹੈ। ਅਮਰੀਕਨ ਮਾਡਲ ਇਹ ਆ ਕਿ ਜਿੱਥੇ ਵੀ USA ਦੇ ਲੋਕ ਗਏ ਨੇ, ਉਹਨਾਂ ਵੱਸਦੇ ਹੋਏ ਮੁਲਕ ਉਜਾੜ ਦਿੱਤੇ। ਈਰਾਨ ਗਏ, ਇਰਾਕ ਗਏ, ਕਿ ਅੱਜ ਕੀ ਗੱਲਾਂ ਕਰਦੇ ਪਏ ਜੇ, ਤੁਹਾਡੇ ਬੁਰੇ ਹਾਲਾਤ ਆ, ਤੁਸੀਂ ਕਿਸ ਤਰ੍ਹਾਂ ਕਰਦੇ ਪਏ ਜੀ, ਅਸੀਂ ਤੁਹਾਨੂੰ ਸਵਰਗ ਬਣਾ ਕੇ ਦਿਖਾਵਾਂਗੇ। ਉਜਾੜ ਕੇ ਅੱਗ ਲਾ ਕੇ ਕਿਤੇ ਅਸੀਂ ਚੱਲੇ, ਮਾਫ ਕਰਿਓ। ਅਫਗਾਨਿਸਤਾਨ ਗਏ, ਖਿਲਦਾ ਮਿਲਦਾ ਮੁਲਕ ਸੀਗਾ, ਹੱਸਦੇ ਖੇਡਦੇ ਲੋਕ ਸੀਗੇ, ਐਡੀ ਤਰੱਕੀ ਕਰਦੇ ਪਏ ਸੀ, ਦੇਸ਼ 10 ਲੱਖ ਤੇ ਸਿੱਖ ਹੀ ਰਹਿੰਦਾ ਸੀ, ਉਜਾੜ ਕੇ ਤਬਾਹ ਕਰਕੇ ਚੁੱਕ ਕੇ ਆਪਣਾ ਸਮਾਨ ਭੱਜ ਕੇ ਕਹਿੰਦੇ ਜੀ ਮਾਫ ਕਰਿਓ ਜੀ। ਸੀਰੀਆ ਗਏ, ਲੀਬੀਆ ਗਏ, ਜਿਸ ਮੁਲਕ 'ਚ ਗਏ ਨੇ ਉਹਨੂੰ ਇਹੀ ਕਹਿੰਦੇ ਨੇ ਬਾਜੀ ਕਮਾਲ ਕਰ ਦੇਣੀ ਅਸੀਂ ਹੁਣੇ, ਫਿਰ ਕਹਿੰਦੇ ਅੱਛਾ ਜੀ ਅਸੀਂ ਹੁਣ ਚੱਲਦੇ ਹਾਂ। ਭਗਵੰਤ ਮਾਨ ਜੀ ਨੇ ਉਹੀ ਕਰਨਾ, ਉਜਾੜ ਕੇ ਨੌਜਵਾਨਾਂ ਦੇ ਕਤਲੇਆਮ ਹੋ ਗਏ, ਏਡੇ ਏਡੇ ਵੱਡੇ ਸਿੰਗਰ ਮਾਰੇ ਗਏ, ਏਡੇ ਏਡੇ ਵੱਡੇ ਕਬੱਡੀ ਦੇ ਪਲੇਅਰ ਮਾਰੇ ਗਏ, ਰੋਜ਼ ਨਸ਼ੇ ਨਾਲ ਲੋਕ ਮਰਦੇ ਪਏ ਨੇ, ਤਬਾਹੀ ਹੋਈ ਪਈ ਆ ਪੰਜਾਬ ਦੇ ਅੰਦਰ। ਔਰ ਪੰਜਾਬ ਕੀ ਕਰਦਾ ਪਿਆ, ਜਿੰਨਾ ਪੈਸਾ ਉਹ ਪ੍ਰਚਾਰ 'ਤੇ ਲਾਉਂਦਾ ਪਿਆ, ਸਭ ਤੁਹਾਨੂੰ TV ਚੈਨਲ ਨੂੰ ਐਡ ਦਿੰਦਾ ਪਿਆ, ਤੁਹਾਡੇ ਅਖਬਾਰਾਂ 'ਚ ਐਡ ਲੱਗਦੀ ਪਈ ਆ, ਬਸ ਗੱਲ ਖਤਮ। ਲੋਕਾਂ ਨੂੰ ਉਹ ਪੜ੍ਹਾਈ ਜਾਂਦੇ ਨੇ, ਲਿਖਾਈ ਜਾਂਦੇ ਨੇ, ਅਤੇ ਬਸ ਉਹ ਕਹਿੰਦੇ ਅਸੀਂ ਤਾਂ ਉਜਾੜਨਾ ਹੈ ਜੀ, ਸਾਡਾ ਕੀ ਜਿਹੜਾ ਕੋਈ ਸਟੇਕ ਹੈਗਾ। ਇਸ ਕਰਕੇ ਭਗਵੰਤ ਮਾਨ ਜੀ ਦੀ ਸਰਕਾਰ ਅੱਜ 80,000 ਕਰੋੜ ਰੁਪਏ ਕਰਜ਼ਾ ਲੈ ਚੁੱਕੀ। ਜਦੋਂ ਤੁਸੀਂ ਮੈਂ ਗੱਲ ਕਰ ਰਹੇ 80,000 ਕਰੋੜ ਦੀ, ਤਾਂ ਮੈਂ ਲਿਖਤ 'ਚ ਦੇ ਸਕਦਾ, ਹੋਰ ਕਿੰਨਾ ਲੈ ਚੁੱਕੀ ਮੈਨੂੰ ਅਜੇ ਧਿਆਨ 'ਚ ਨਹੀਂ ਹੈਗਾ। 80,000 ਕਰੋੜ ਮੈਨੂੰ ਲਾ ਯਾਦ ਆ ਉਹਨਾਂ ਦਾ। ਔਰ ਜੇ ਸਰਕਾਰ ਹੁਣ ਤੱਕ 3 ਲੱਖ ਕਰੋੜ ਦੇ ਕਰਜ਼ੇ ਥੱਲੇ ਸੀ, ਅਤੇ ਉਹ ਤਾਂ 80,000 ਕਰੋੜ 1 ਸਾਲ 'ਚ ਲੈ ਚੁੱਕੇ ਆ। 25% ਐਡ ਆਨ ਕਰ ਚੁੱਕੇ ਕਰਜ਼ਾ 1 ਸਾਲ ਅੰਦਰ, ਅਤੇ 5 ਸਾਲ ਜਦੋਂ ਉਹਨਾਂ ਸਰਕਾਰ ਲੈਣੀ ਉਹ 3 ਗੁਣਾ ਪੰਜਾਬ ਦਾ ਖਰਚਾ ਵਧਾ ਦੇਣਾ ਹੈ, ਔਰ ਕਹਿਣਾ ਹੈ ਉਹਨੇ ਜੀ ਇਹ ਤਾਂ ਸਭ ਅਕਾਲੀ ਦਲ ਕਾਂਗਰਸ ਨੇ ਕਰਤਾ। ਕਹਿੰਦੇ ਖਜ਼ਾਨਾ ਖਾਲੀ ਨਹੀਂ ਹੈਗਾ, ਸਾਡੇ ਮੰਤਰੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਨੇ। ਵਿੱਤ ਮੰਤਰੀ ਕਿਉਂ ਲਿਆ 80,000 ਕਰੋੜ ਕਰਜ਼ਾ, ਕਿਉਂ ਲਿਆ ਖਜ਼ਾਨਾ ਖਾਲੀ ਨਹੀਂ ਕੀਤਾ? 3 ਲੱਖ ਕਰੋੜ ਤੇ ਟੋਟਲ ਕਰਜ਼ਾ ਸੀ, ਹੁਣ 4 ਲੱਖ ਕਰੋੜ ਕਰਤਾ, 25% ਤੇ ਇਹਨਾਂ ਵਧਾ ਦਿੱਤਾ, ਉਹ ਕਿਉਂ ਲਿਆ ਫਿਰ ਦੱਸੋ ਤੁਸੀਂ? ਵਿੱਤ ਮੰਤਰੀ ਦਾ ਦਾਵਾ ਹੈ ਇਹ ਲਗਾਤਾਰ, ਉਹ ਕਹਿੰਦੇ ਮਾਲੀਆ ਵੱਧ ਗਿਆ ਸਾਡੀ। ਮਾਨਸ਼ਈਆ ਸਾਹਿਬ, ਮੈਂ ਤਾਂ ਤੁਹਾਨੂੰ ਆંકੜੇ ਦੇ ਕੇ ਸਵਾਲ ਪੁੱਛ ਰਿਹਾ ਨਾ, ਤੁਸੀਂ ਦੱਸੋ ਫਿਰ ਤੁਹਾਨੂੰ ਲੱਗਦਾ ਜਸਟੀਫਾਈਡ ਆ ਉਹਨਾਂ ਦਾ ਦਾਵਾ ਵੀ ਜੇ ਉਹਨਾਂ ਕਹਿੰਦੇ ਸ਼ਰਾਬ ਨੀਤੀ 'ਚੋਂ ਸਾਨੂੰ ਕਾਫੀ ਪੈਸੇ ਆਏ ਨੇ, ਸਾਡੇ ਮੰਤਰੀਆਂ ਦੇ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਰੇ ਡਿਪਾਰਟਮੈਂਟ ਅਸੀਂ ਦੇਖ ਰਹੇ ਹਾਂ। ਕਟਾਰੂ ਚੱਕ ਦੀ ਅਸੀਂ ਦੇਖ ਰਹੇ ਹਾਂ ਕਾਰਗੁਜ਼ਾਰੀ, ਉਸ ਤੋਂ ਪਹਿਲਾਂ ਸਿੰਗਲੇ ਦੇ ਅਸੀਂ ਕਾਰਗੁਜ਼ਾਰੀ ਦੇਖੀ ਆ, ਉਸ ਤੋਂ ਪਹਿਲਾਂ ਸਰਾਰੀ ਦੀ ਅਸੀਂ ਕਾਰਗੁਜ਼ਾਰੀ ਦੇਖੀ। ਕਾਰਗੁਜ਼ਾਰੀਆਂ ਦਾ ਅਸੀਂ ਕਾਰਗੁਜ਼ਾਰੀਆਂ 'ਚ ਕੋਈ ਕਮੀ ਨਹੀਂ, ਬਦਲਾਵ ਤਾਂ ਉਹਨਾਂ ਲੈ ਆਂਦਾ। ਮਾਫ ਕਰਿਓ ਜੇ ਬੱਚਾ ਵੀਡੀਓ ਲੱਭਦਾ ਫਿਰਦਾ ਅੱਜ ਕੱਲ੍ਹ, ਬਦਲਾਵ ਇਹੋ ਜਿਹਾ ਆ ਗਿਆ। ਤੁਸੀਂ ਕਟਾਰੂ ਚੱਕ ਦੇ ਪਿੱਛੇ ਕਿਉਂ ਪਏ ਹੋਏ ਹੋ? ਮੇਰਾ ਨਹੀਂ, ਮੈਂ ਤਾਂ ਉਹਨਾਂ ਦੇ ਮੋਰਲੀ ਕਰਪਟ ਲੋਕ ਨੇ, ਮੈਂ ਤਾਂ ਇਹ ਕਹਿਣਾ। ਮੇਰਾ ਕਟਾਰੂ ਚੱਕਣਾ ਮੈਂ ਨਾ ਜਾਣਾ ਨਾ ਪਛਾਣਾ, ਮੈਂ ਕੀ ਲੈਣਾ ਉਹਦੇ ਤੋਂ। ਪਰ ਮੈਂ ਜਦੋਂ ਦੇਖਦਾ ਕਿ ਮੋਰਲੀ ਇੰਨੇ ਗੰਦੇ ਤਰ੍ਹਾਂ ਦੇ ਲੋਕ ਸਿਸਟਮ 'ਚ ਆ ਗਏ, ਇੰਨਾ ਗੰਦ ਸਿਸਟਮ 'ਚ ਆ ਗਿਆ, ਔਰ ਉਸ ਸਿਸਟਮ ਨੂੰ ਕੋਈ ਬੋਲਣ ਨੂੰ ਤਿਆਰ ਨਹੀਂ, ਡਰਦੇ ਨੇ, ਮੁਕੱਦਮੇ ਦਰਜ ਕਰ ਦਿੰਦੇ ਨੇ, ਲੋਕਾਂ ਨੂੰ ਜੇਲ੍ਹਾਂ 'ਚ ਪਾਉਂਦੇ ਨੇ ਜੇ ਕੋਈ ਬੋਲਦਾ। ਭਗਵੰਤ ਮਾਨ ਮੈਂ ਨਹੀਂ ਡਰਦਾ, ਬਸ ਮੈਨੂੰ ਇੰਨਾ ਫਰਕ। ਮੈਂ ਤਾਂ ਰੋਜ਼ ਬੋਲਦਾ, ਮੈਂ ਤਾਂ ਖਿਲਾਫ ਬੋਲਦਾ। ਉਹ ਭਗਵੰਤ ਮਾਨ ਉਦੋਂ PC 'ਚ ਕਹਿ ਰਹੇ ਸੀ ਬਸ 3 ਹੀ ਬੰਦੇ ਨੇ ਜਿਹੜੇ ਕੁੱਦਦੇ ਰਹਿੰਦੇ ਨੇ, ਇੱਕ ਮਜੀਠੀਆ, ਇੱਕ ਖਹਿਰਾ, ਇੱਕ ਸਿਰਸਾ। ਮੈਂ ਇੱਕ ਕਹਿਣਾ ਹੈ ਅਸੀਂ ਕੁੱਦਦੇ ਨਹੀਂ, ਤੁਹਾਨੂੰ ਸਵਾਲ ਪੁੱਛ ਰਹੇ ਹਾਂ ਬਈ। ਜੇ ਸਾਡਾ ਸਵਾਲ ਗਲਤ ਆ ਤੁਸੀਂ ਕਹਿ ਦਿਓ ਇਹ ਗਲਤ ਆ,
ਉਹ ਕਹਿੰਦੇ ਮੈਂ ਇਹਨਾਂ ਦੇ ਸਵਾਲ ਦਾ ਜਵਾਬ ਹੀ ਨਹੀਂ ਦੇਣਾ। ਨਾ ਦੇਣ ਕੋਈ ਗੱਲ ਨਹੀਂ। ਉਹ ਭਗਵੰਤ ਮਾਨ ਤੋਂ ਪਹਿਲਾਂ ਜਿਹੜੇ ਲੋਕ ਸੀ ਉਹ ਵੀ ਇਹ ਕਹਿੰਦੇ ਸੀ ਕਿ ਅਸੀਂ ਜਵਾਬ ਨਹੀਂ ਦੇਣਾ, ਔਰ ਭਗਵੰਤ ਮਾਨ ਇਹੀ ਕਹਿੰਦੇ ਸੀ ਕਿ ਸਾਡਾ ਜਵਾਬ ਨਹੀਂ ਦਿੰਦੇ, ਕੋਈ ਨਹੀਂ ਵਕਤ ਆਊਗਾ ਤੇ ਅਸੀਂ ਵੀ ਇਹ ਕਹਿੰਦੇ ਹਾਂ ਨਾ ਦਿਓ ਜਵਾਬ, ਕੋਈ ਨਹੀਂ, ਲੋਕ ਜਵਾਬ ਮੰਗਣਗੇ। ਕਹਿੰਦੇ ਲੋਕਾਂ ਦੇ ਨਕਾਰੇ ਹੋਏ ਲੀਡਰ ਨੇ। ਨਹੀਂ ਉਹ ਠੀਕ ਆ, ਅਸੀਂ ਤਾਂ ਨਕਾਰੇ ਹਾਂ, ਅਸੀਂ ਲੋਕਾਂ ਦੇ ਅੰਦਰੋਂ ਜਿੱਤ ਕੇ ਆਏ ਹਾਂ। ਅਸੀਂ ਤਾਂ ਇੰਨੇ ਆਪਣੇ ਪੋਲੀਟੀਕਲ ਕਰੀਅਰ ਅੰਦਰ 15 ਸਾਲਾਂ ਦੇ ਪੋਲੀਟੀਕਲ ਕਰੀਅਰ 'ਚ ਹਰ ਤਰ੍ਹਾਂ ਦਾ ਚੁਣਾਵ ਜਿੱਤ ਕੇ ਆਏ ਹਾਂ। ਤੁਸੀਂ ਤਾਂ ਪਹਿਲੀ ਵਾਰ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਹੈ, ਤੁਸੀਂ ਚੰਗੇ ਹੋ ਗਏ, ਤੁਹਾਨੂੰ ਮੌਕਾ ਮਿਲਿਆ, ਤੁਸੀਂ ਕਰਕੇ ਤਾਂ ਦਿਖਾਓ, ਲੋਕਾਂ ਨੂੰ ਪਤਾ ਲੱਗ ਜੂਗਾ ਨਕਾਰੇ ਕੌਣ ਨੇ। ਸਿਰਸਾ ਜੀ ਆਖਰੀ ਸਵਾਲ ਆ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜੋ ਜਲੰਧਰ ਦੇ ਚੋਣਾਂ ਦੇ ਨਤੀਜੇ ਆਏ ਨੇ, ਕੀ ਸੰਭਵ ਹੈਗਾ 2024 ਦੇ ਵਿੱਚ ਜਾਂ 2027 ਦੇ ਵਿੱਚ ਇਹ ਦੁਬਾਰੇ ਇਕੱਠੇ ਹੋ ਜਾਣਗੇ? ਮੈਂ ਇਹ ਗੱਲ ਬਿਲਕੁਲ ਕਲੀਅਰ ਕਰਦਾ, ਨਾ 24 'ਚ ਇਕੱਠੇ ਹੋਣ, ਨਾ 27 'ਚ ਇਕੱਠੇ ਹੋਣ, ਕਿਸੇ ਸੂਰਤ ਅੰਦਰ ਇਕੱਠੇ ਨਹੀਂ ਹੋਣਗੇ। ਕੋਈ ਅਲਾਇੰਸ ਦੀ ਕਹਾਣੀ ਹੀ ਨਹੀਂ ਹੋ ਸਕਦੀ। ਮੇਰੀ ਦਵਾ ਬਿਨਾ ਮੇਰੇ ਪ੍ਰਾਈਮ ਏਸ਼ੀਆ ਦਾ ਮਾਈਕ ਕਰਕੇ ਅੱਗੇ ਦੁਬਾਰਾ ਕਹਿ ਦਿਓ ਜੀ ਹੋ ਜੇ ਤੇ ਹੋਣਾ ਹੀ ਨਹੀਂ। ਪਾਰਟੀ ਦਾ ਕਲੈਰਿਟੀ 'ਚ ਗੱਲ ਆ, ਬਿਲਕੁਲ ਅਸੀਂ ਇਹਨਾਂ ਦੇ ਨਾਲ ਅਲਾਇੰਸ ਨਹੀਂ ਜਾਣਾ, ਅਸੀਂ ਸਿੱਧਾ ਪੰਜਾਬ ਦੇ ਲੋਕਾਂ ਨਾਲ ਗੱਲ ਕਰਨੀ ਹੈ, ਸਾਡਾ ਕੋਈ ਕਿਸੇ ਤਰੀਕੇ ਦਾ ਅਲਾਇੰਸ ਨਹੀਂ ਕਰਨਾ। ਇਹਦੇ ਨਾਲ ਬੀਜੇਪੀ ਦਾ ਵਿਰੋਧ, ਮਤਲਬ ਜਿਹੜੀ ਇਹਨਾਂ ਦੀ ਦਾਲ ਹੈ ਉਹ ਇੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਟਕਰਾਇਆ ਹੈ ਜਾਂ ਉੱਥੋਂ ਦੀ ਲੀਡਰਸ਼ਿਪ ਨਾਲ ਟਕਰਾਇਆ? ਨਹੀਂ ਮੈਂ ਉਹਦੇ 'ਚ ਨਹੀਂ ਜਾਂਦਾ, ਛੱਡੋ। ਮੈਂ ਤਾਂ ਇੱਕੋ ਗੱਲ ਕਹਿਣਾ ਵੀ ਕਿਸੇ ਸੂਰਤ ਅੰਦਰ ਕਿਉਂ ਬੀਜੇਪੀ ਸਿੱਧੀ ਕਿਉਂ ਨਾ ਪੰਜਾਬ ਦੇ ਲੋਕਾਂ ਨਾਲ ਗੱਲ ਕਰੇ? ਕੀ ਲੋੜ ਆ ਅਲਾਇੰਸ ਦੀ? ਮੈਂ ਵੀ ਇੱਕ ਸਵਾਲ ਪੁੱਛਣਾ, ਕੀ ਲੋੜ ਆ ਬਈ? ਪੰਜਾਬ ਦੇ ਲੋਕ ਨਾਲ ਸਿੱਧੀ ਗੱਲ ਕਰੋ, ਵਿੱਚ ਕਿਸੇ ਨੂੰ ਪਾ ਕੇ ਤੁਸੀਂ ਆਪਣੇ ਵਿਚੋਲੇ ਪਾ ਕੇ ਕਿਉਂ ਗੱਲ ਕਰਨੀ ਹੈ? ਇਹ 'ਚ ਕੀ ਗਲਤ ਗੱਲ ਆ? ਸਿੱਧਾ ਹੀ ਗੱਲ ਕਰਨੀ ਚਾਹੀਦੀ ਹੈ, ਔਰ ਸਿੱਧੀ ਵੋਟ ਲੈਣੀ ਚਾਹੀਦੀ ਹੈ, ਸਿੱਧੀ ਗੱਲ ਕਰਕੇ ਉਹਨਾਂ ਦੇ ਕੰਮ ਸਿੱਧੇ ਨਿਪਟਾਉਣੇ ਚਾਹੀਦੇ ਆ। ਸਿਰਸਾ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਵਿਵਾਕੀ ਨਾਲ ਜਵਾਬ ਦਿੱਤੇ। ਅਗਲੀ ਵਾਰ ਫਿਰ ਤੁਹਾਡੇ ਨਾਲ ਰੂਬਰੂ ਕਰਦੇ ਰਵਾਂਗੇ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਰਸਾ, ਜਿਹੜੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਟੀਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਤੇ ਪੰਜਾਬ ਦੇ ਮਸਲੇ ਕੇਂਦਰ ਦੇ ਵਿੱਚ ਉਠਾਉਣ ਦਾ ਦਾਅਵਾ ਕਰਦੇ ਨੇ। ਸਿੱਖਾਂ ਦੇ ਮਸਲੇ ਹੱਲ ਕਰਾਉਣ ਦੀ ਗੱਲ ਹੋਵੇ ਜਾਂ ਹੋਰ ਮਸਲੇ ਹੋਣ NRIs ਦੇ, ਇਹ ਉਹਦੇ ਉੱਤੇ ਲਗਾਤਾਰ ਸਰਗਰਮ ਰਹਿੰਦੇ ਨੇ। ਦੇਖਣਾ ਹੋਵੇਗਾ ਕਿ ਇਹ ਕਿੰਨੇ ਕੁ ਸਫਲ ਹੁੰਦੇ ਨੇ ਤੇ ਇਹਨਾਂ ਦਾ ਕਿਸ ਤਰ੍ਹਾਂ ਦਾ ਆਉਣ ਵਾਲੇ ਦੇ ਸਮੇਂ ਦੇ ਦੌਰਾਨ ਭਵਿੱਖ ਰਹਿੰਦਾ ਹੈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।